ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂਗੇ ITI ਬੱਚਿਆਂ ਵਾਸਤੇ ਜਿਹੜੇ ਪੇਪਰ ਹੋ ਰਹੇ ਹੈਗੇ ਇਨ ਫਿਊਚਰ, ਜਿਹੜੇ ITI ਦੇ ਕੈਂਡੀਡੇਟਸ ਨੇਗੇ ਉਹਨਾਂ ਲਈ ਕੁਝ ਪੇਪਰ ਹੋ ਰਹੇ ਨੇ, ਜਿਵੇਂ ਟਿਊਬਵੈੱਲ ਆਪਰੇਟਰ ਦਾ ਪੇਪਰ ਹੈਗਾ, ਜਾਂ ਫਿਰ ਬਿਜਲੀ ਬੋਰਡ ਦੇ ਵਿੱਚ ਸਹਾਇਕ ਲਾਈਨਮੈਨ ਦੀ ਪੋਸਟ ਵਾਸਤੇ ਵੀ ਇਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈਗੀ ਕਿ ਪੇਪਰ ਲੈ ਕੇ ਹੀ ਅਸੀਂ ਸਿਲੈਕਸ਼ਨ ਕਰਨੀ ਹੈਗੀ। ਉਹਨਾਂ ਵਾਸਤੇ ਅਸੀਂ ITI ਦੇ ਸਿਲੇਬਸ ਦੀ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂਗੇ, ਜਿਹਦੇ ਵਿੱਚ ਤੁਹਾਨੂੰ ITI ਵਾਸਤੇ ਜਿੰਨੇ ਵੀ ਤੁਹਾਡੇ ਜਿਹੜੇ ਕੁਐਸਚਨਸ ਬਣਦੇ ਹੈਗੇ, ਜਿੰਨੇ ਵੀ ਤੁਹਾਡੇ ਟੌਪਿਕਸ, ਕਿੰਨਾ ਕੁ ਅਸੀਂ ਪੜ੍ਹਨਾ ਗਾ, ਹਰ ਟੌਪਿਕ ਦੇ ਵਿੱਚੋਂ ਕਿਹੜੇ ਟੌਪਿਕ ਕਰਨੇ ਹੈਗੇ, ਕਿੰਨਾ ਕੁ ਪੜ੍ਹਨਾ ਉਹਨਾਂ ਨੂੰ, ਕਿਸ ਤਰੀਕੇ ਨਾਲ ਪੜ੍ਹਨਾ, ਇਹ ਸਾਰੀ ਜਾਣਕਾਰੀ ਤੁਹਾਨੂੰ ਇਹਨਾਂ ਵੀਡੀਓਜ਼ ਦੇ ਵਿੱਚ ਮਿਲੇਗੀ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਸਟਾਰਟ ਕਰੀਏ, ਉਸ ਤੋਂ ਪਹਿਲਾਂ ਬਹੁਤ ਜ਼ਰੂਰੀ ਹੈਗਾ ਤੁਹਾਡੇ ਮੈਥ ਦੇ ਜਿਹੜੇ ਬੇਸਿਕਸ ਨੇ ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਕਿਉਂਕਿ ਮੈਂ ਦੇਖਦਾ ਆ ਰਿਹਾ ਗਾ ਈਵਨ ਡਿਪਲੋਮੇ ਵਾਲੇ ਜਿਹੜੇ ਬੱਚੇ ਨੇਗੇ ਉਹਨਾਂ ਦੇ ਵਿੱਚ ਵੀ ਮੈਥ ਨੂੰ ਲੈ ਕੇ ਇੱਕ ਤਾਂ ਡਰ ਆ, ਦੂਜਾ ਮੈਥ ਦੇ ਵਿੱਚ ਜਿਹੜੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਉਹਨਾਂ ਨੂੰ ਬਿਲਕੁਲ ਨਹੀਂ ਪਤਾ। ਕਿਸੇ ਇਕੁਏਸ਼ਨ ਨੂੰ ਕਿੱਦਾਂ ਸੋਲਵ ਕਰਨਾ ਗਾ, ਕਿਸੇ ਇਕੁਏਸ਼ਨ ਦੇ ਵਿੱਚ ਜੇ ਆਪਾਂ ਲੈਫਟ ਹੈਂਡ ਸਾਈਡ ਤੋਂ ਕੋਈ ਚੀਜ਼ ਰਾਈਟ ਹੈਂਡ ਸਾਈਡ ਦੇ ਉੱਪਰ ਲੈ ਕੇ ਜਾਣੀ ਆ, ਉਹਨੂੰ ਕਿੱਦਾਂ ਸੋਲਵ ਕਰਨਾ ਗਾ, ਇਹ ਜਿਹੜੇ ਸਾਰੇ ਡਰ ਨੇਗੇ ਜਾਂ ਫਿਰ ਇਹ ਸਾਰੇ ਜਿਹੜੀਆਂ ਪ੍ਰੋਬਲਮਸ ਨੇਗੀਆਂ ਉਹ ਇਹਨਾਂ ਨੂੰ ਨਹੀਂ ਪਤਾ। ਤਾਂ ਇਸ ਤੋਂ ਪਹਿਲਾਂ ਕਿ ਮੈਂ ਇਲੈਕਟ੍ਰੀਕਲ ਦੇ ਵਿੱਚ ਵੱਡੇ ਹਨ ਲੈਕਚਰ ਦੇਵਾਂ ਅਤੇ ਉਹਦੇ ਵਿੱਚ ਮੈਂ ਤੁਹਾਨੂੰ ਕੋਈ ਫਾਰਮੂਲਾ ਦੇਵਾਂ ਵੀ ਆਪਣੇ ਆਪ ਇਹ ਫਾਰਮੂਲੇ ਦੇ ਵਿੱਚ ਪੁੱਟ ਕਰੋ ਜੀ ਵੈਲਿਊ, ਤਾਂ ਉਹ ਬਿਲਕੁਲ ਨਹੀਂ ਪੋਸੀਬਲ ਹੈਗਾ ਜੇ ਤੁਹਾਨੂੰ ਸਿੰਪਲ ਮੈਥ ਨਹੀਂ ਪਤਾ ਹੋਏਗਾ। ਤਾਂ ਮੈਂ ਬਿਲਕੁਲ ਬੇਸਿਕ ਤੋਂ ਸਟਾਰਟ ਕਰਨ ਜਾ ਰਿਹਾ ਹਾਂ। ਮੈਂ ਇਲੈਕਟ੍ਰੀਕਲ ਬਾਅਦ 'ਚੋਂ ਪੜ੍ਹਾਊਂਗਾ, ਕਿਉਂਕਿ ਜਿਵੇਂ ਟਿਊਬਵੈੱਲ ਆਪਰੇਟਰ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਲਿਖਿਆ ਕਿ 10ਵੀਂ ਤੱਕ ਦਾ ਮੈਟ੍ਰਿਕ ਤੱਕ ਦਾ ਮੈਥ ਵੀ ਚਾਹੀਦਾ। ਤਾਂ ਹੋ ਸਕਦਾ ਜਿਹੜੇ ਮੈਂ ਕੁਐਸਚਨ ਤੁਹਾਨੂੰ ਕਰਵਾਉਣ ਜਾ ਰਿਹਾ ਇਹ ਕੁਐਸਚਨ ਤੁਹਾਨੂੰ ਸਿੱਧੇ ਪੁੱਛੇ ਜਾਣ ਟਿਊਬਵੈੱਲ ਆਪਰੇਟਰ ਦੇ ਵਿੱਚ, ਅਤੇ ਜੇ ਅੱਗੇ ਸਹਾਇਕ ਲਾਈਨਮੈਨ ਦੀ ਪੋਸਟ ਦੇ ਵਿੱਚ ਇਹਨਾਂ ਨੇ ਮੈਥ ਅਲੱਗ ਤੋਂ ਪਾਤਾ ਤਾਂ ਹੋ ਸਕਦਾ ਉਹ ਵੀ ਅਲੱਗ ਤੋਂ ਪੁੱਛਿਆ ਜਾ ਸਕਦਾ। ਤਾਂ ਇਹ ਸਾਡਾ ਦੋਨੇ ਤਰੀਕਿਆਂ ਨਾਲ ਹੈਲਪ ਕਰੇਗਾ। ਸਾਨੂੰ ਇਸ ਲਈ ਵੀ ਹੈਲਪ ਕਰੇਗਾ ਕਿ ਮੈਥ ਦੇ ਕੁਐਸਚਨ ਆ ਜਾਣ, ਤੁਹਾਨੂੰ ਇਸ ਲਈ ਵੀ ਹੈਲਪ ਕਰੇਗਾ ਕਿ ਅਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਿਹੜੇ ਇੱਕ ਅੱਧਾ ਨੂਮੈਰੀਕਲ ਜਿਹੜਾ ਸਾਡੇ ਪੇਪਰ ਦੇ ਵਿੱਚ ਆਉਂਦੇ ਹੈਗੇ ਉਹ ਨੂਮੈਰੀਕਲ ਸਾਡੇ ਸੋਲਵ ਹੋਣੇ ਸ਼ੁਰੂ ਹੋ ਜਾਣ। ਤਾਂ ਚਲੋ ਬਹੁਤਾ ਟਾਈਮ ਨਹੀਂ ਵੇਸਟ ਕਰਦੇ, ਆਪਾਂ ਸਟਾਰਟ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਬੇਸਿਕ ਸਿਖਾਉਣ ਲੱਗਿਆ ਗਾ। ਦੇਖੋ, ਮੈਂ ਜਦੋਂ ਕਹਿੰਦੇ ਆਪਾਂ ਮੈਥ ਸਿੱਖਦੇ ਹਾਂ ਮੈਥ ਕਿੱਥੋਂ ਸਟਾਰਟ ਹੁੰਦਾ, ਜੋੜ ਘਟਾਓ ਤੋਂ ਸਟਾਰਟ ਹੁੰਦਾ। ਤਾਂ ਮੈਂ ਅੱਜ ਜੋੜ ਘਟਾਓ ਤੋਂ ਸਟਾਰਟ ਕਰੂੰਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਐਡੀਸ਼ਨ ਜਿਹੜਾ ਸੀ, ਜਿਹਨੂੰ ਜੋੜ ਨੂੰ ਕਹਿੰਦੇ ਆ, ਐਡੀਸ਼ਨ ਕਰਨਾ ਕਹਿੰਦੇ ਆਂਗੇ, ਮੈਂ ਤੁਹਾਨੂੰ ਫਰੈਕਸ਼ਨ ਐਡੀਸ਼ਨ ਸਿਖਾਉਣੀ ਹੈਗੀ ਅੱਜ। ਫਰੈਕਸ਼ਨ ਦੀ ਵੈਲਿਊ ਦਾ ਕੀ ਮਤਲਬ, ਦੇਖੋ ਰਾਜੇ ਸਾਰਿਆਂ ਨੂੰ ਤੁਹਾਨੂੰ 5 + 7 ਸਭ ਨੂੰ ਜੋੜਨਾ ਆਉਂਦਾ ਹੈਗਾ, ਹੈ ਨਾ। 5 ਦੇ 7 ਨੂੰ ਜੋੜਾਂਗੇ ਆਪਾਂ, ਕਿੰਨਾ ਹੋਊਗਾ ਸਾਡਾ 12 ਹੋਊਗਾ ਨਾ। ਇਹ ਤਾਂ ਪਤਾ ਗਾ ਜੇ ਬਾਈ ਚਾਂਸ 5/2 ਹੋਵੇ ਅਤੇ 7/3 ਹੋਵੇ ਤਾਂ ਜਿਹੜੀ ਇਹ ਵੈਲਿਊ ਹੈਗੀ, ਇਹ ਜਿਹੜੀ ਵੈਲਿਊ ਹੈ ਇੱਕ ਫਰੈਕਸ਼ਨ ਵੈਲਿਊ ਹੈਗੀ। ਮਤਲਬ 5/2 ਦਾ ਕੀ ਮਤਲਬ ਹੈਗੀ, ਆਪਾਂ 5 ਨੂੰ ਡਿਵਾਈਡ ਕਰਾਂਗੇ 2 ਦੇ ਨਾਲ। ਜਦੋਂ ਆਪਾਂ 2 ਦੇ ਨਾਲ 5 ਨੂੰ ਡਿਵਾਈਡ ਕਰਾਂਗੇ ਸਾਡੇ ਕੋਲ ਆਂਸਰ ਕਿੰਨਾ ਆਊਗਾ, 2.5 ਆਊਗਾ। ਇਹ ਪੁਆਇੰਟਾਂ ਦੇ ਵਿੱਚ ਆਂਸਰ ਆ ਗਿਆ ਨਾ। ਇਹ ਤੈਨੂੰ ਕਿੱਦਾਂ ਜੋੜਨਾ ਗਾ, ਇਹ ਸਾਰੇ ਤਰੀਕੇ ਜਿਹੜੇ ਅੱਜ ਅਸੀਂ ਸਿੱਖਣੇ ਹੈਗੇ ਕਿ ਇਹਨੂੰ ਕਿੱਦਾਂ ਜੋੜਨਾ, ਇਹਨੂੰ ਕਿੱਦਾਂ ਘਟਾਓ ਕਰਨਾ ਗਾ। ਜਿਹੜੀਆਂ ਗਲਤੀਆਂ ਬੱਚੇ ਕਰਦੇ ਆ ਕਿ ਮੈਂ ਆਪਣੇ ਪਾਸਟ 10 ਸਾਲਾਂ ਦਾ ਐਕਸਪੀਰੀਅੰਸ ਤੋਂ ਮੈਂ ਸਿੱਖੀਆਂ ਨੇਗੀਆਂ ਕਿ ਬੱਚੇ ਕਿੱਥੇ ਗਲਤੀਆਂ ਕਰਦੇ ਆ, ਮੈਂ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਅੱਜ ਮੈਂ ਕੋਸ਼ਿਸ਼ ਕਰਾਂਗਾ। ਤਾਂ ਫਰੈਕਸ਼ਨ ਐਡੀਸ਼ਨ ਦੇ ਵੀ ਸਭ ਤੋਂ ਪਹਿਲਾਂ ਮੈਂ ਕੁਐਸਚਨ ਲੈਣ ਲੱਗਿਆ ਜੀ। 7/2 ਨੂੰ ਅਸੀਂ ਜੋੜਨਾ ਗਾ 3/2 ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੋਏਗੀ ਜਿਹੜੇ ਬਟੇ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ 7/2 ਮੈਂ ਕਿਹਾ ਹੈਗਾ, ਤਾਂ 7/2 ਦੇ ਵਿੱਚ ਜਿਹੜਾ ਅਸੀਂ ਇਸ ਲਾਈਨ ਦੇ ਉੱਪਰਲੇ ਪਾਸੇ ਰੱਖਿਆ ਹੈਗਾ, ਇਸ ਨੂੰ ਅਸੀਂ ਕਹਿੰਦੇ ਹੈਗੇ ਨਿਊਮਰੇਟਰ। ਇਹਨੂੰ ਅਸੀਂ ਪੰਜਾਬੀ ਦੇ ਵਿੱਚ ਇਹਨੂੰ ਅਸੀਂ ਅੰਕ ਕਹਿੰਦੇ ਹੈਗੇ, ਇਹੀ ਕਹਿੰਦੇ ਆ ਨਾ, ਸ਼ਾਇਦ ਪਤਾ ਹੋਏਗਾ ਤੁਹਾਨੂੰ। ਨੀਚੇ ਜਿਹੜਾ ਹੁੰਦਾ ਗਾ ਡਿਨੋਮੀਨੇਟਰ ਹੁੰਦਾ ਹੈਗਾ, ਇਹਨੂੰ ਕਹਿੰਦੇ ਆ ਅਸੀਂ ਡਿਵਾਈਜ਼ਰ ਜਾਂ ਭਾਜਕ, ਕਿ ਕਿੰਨੇ ਦੇ ਡਿਵੀਜ਼ੀਬਲ ਹੈਗਾ ਇਹ ਹਮੇਸ਼ਾ ਵੰਡ ਕਰਦੇ ਹੁੰਦੇ ਹੈਗੇ ਇਹਨੂੰ। ਇਹ ਜਿਹੜਾ ਹੁੰਦਾ ਗਾ ਇਹ ਅੰਕ ਹੁੰਦਾ ਗਾ ਵੀ ਅੰਕ ਨੂੰ ਅਸੀਂ ਕਿਹਦੇ ਨਾਲ ਡਿਵਾਈਡ ਕਰਨਾ ਗਾ, ਭਾਗ ਕਰਨਾ ਗਾ 2 ਨਾਲ, ਕਿਉਂਕਿ ਇਹ ਭਾਜਕ ਹੈਗਾ, 2 ਨਾਲ ਭਾਗ ਕਰਨਾ ਗਾ ਅਸੀਂ। ਤਾਂ ਉੱਪਰਲਾ ਜਿਹੜਾ ਹੁੰਦਾ ਨਿਊਮਰੇਟਰ ਹੁੰਦਾ ਗਾ, ਹੇਠਲਾ ਜੀ ਡਿਨੋਮੀਨੇਟਰ ਹੁੰਦਾ ਗਾ। ਇਹ ਗੱਲ ਸਭ ਨੂੰ ਕਲੀਅਰ ਹੋ ਗਈ। ਤਾਂ ਹੁਣ ਜਦੋਂ ਕਦੇ ਵੀ 2 ਰਕਮਾਂ ਨੂੰ ਜਦੋਂ ਅਸੀਂ ਜੋੜਦੇ ਆਂਗੇ, ਬਟੇ ਵਾਲੀਆਂ ਰਕਮਾਂ ਨੂੰ, ਜੇ ਉਹਨਾਂ ਦੇ ਜਿਹੜੇ ਭਾਜਕ ਨੇਗੇ ਜਾਂ ਡਿਨੋਮੀਨੇਟਰ ਨੇਗੇ ਜੇ ਉਹ ਸੇਮ ਹੋਣ ਤਾਂ ਤੁਸੀਂ ਯਾਦ ਰੱਖਣਾ ਗਾ, ਜੇ ਸੇਮ ਨੇਗੇ ਤਾਂ ਤੁਸੀਂ ਇਹ ਕਰ ਸਕਦੇ ਹੋਗੇ ਵੀ ਇਹਨਾਂ ਦੋਨਾਂ ਨੂੰ ਸਿੱਧਾ ਹੇਠਾਂ, ਸਿਰਫ ਇਹ ਦੋਨਾਂ ਵਾਸਤੇ ਹੇਠਾਂ 2 ਲਿਖ ਸਕਦੇ ਹੋਗੇ, ਅਤੇ ਡਾਇਰੈਕਟ ਤੁਸੀਂ ਐਡ ਕਰ ਸਕਦੇ 7 ਅਤੇ 3 ਨੂੰ ਸਿੱਧਾ ਜੋੜ ਸਕਦੇ। 7 ਅਤੇ 3 ਕਿੰਨਾ ਹੁੰਦਾ, 10 ਹੁੰਦਾ ਹੈਗਾ। ਤਾਂ ਤੁਹਾਡਾ ਜਿਹੜਾ ਇੱਥੋਂ ਆਂਸਰ ਆਏਗਾ ਤੁਹਾਡਾ 7 ਅਤੇ 3 10, 2 ਜਿਹੜਾ 2 ਹੇਠਾਂ 2 ਹੀ ਰਹਿ ਜਾਏਗਾ।
ਤਾਂ ਇੱਥੋਂ ਜਿਹੜਾ ਤੁਹਾਡਾ ਆਨਸਰ ਆਏਗਾ ਉਹ ਸਿੱਧਾ 5 ਆਏਗਾ ਜੀ। ਇਹ ਗੱਲ ਕਲੀਅਰ ਹੋ ਗਈ ਜੀ। ਜੇ ਸਾਡੇ ਡਿਨੋਮੀਨੇਟਰ ਸੇਮ ਨੇਗੇ ਤਾਂ ਅਸੀਂ ਸਿੱਧਾ 2 ਹੇਠਾਂ ਲਿਖ ਕੇ ਉੱਪਰਲਿਆਂ ਨੂੰ ਜੋੜ ਕੇ ਇੱਦਾਂ ਕਰ ਸਕਦੇ ਹਾਂ। ਜਿਹੜਾ 10/2 ਆ ਗਿਆ ਸੀ ਉਹਨੂੰ ਅਸੀਂ ਵੰਡ ਕਰਾਂਗੇ ਵੀ 2 ਨੂੰ ਆਪਾਂ ਕਿੰਨੇ 'ਤੇ ਲੈ ਕੇ ਜਾਈਏ ਵੀ ਸਾਡਾ 10 ਆਵੇ 5 'ਤੇ ਲੈ ਕੇ ਜਾਈਏ ਤਾਂ ਸਾਡਾ ਆਨਸਰ ਕਿੰਨਾ ਆ ਗਿਆ 5 ਆ ਗਿਆ। ਇਹ ਗੱਲ ਕਲੀਅਰ ਹੋ ਗਈ ਜੀ। ਦੂਜੀ ਗੱਲ ਦੇਖੋ, ਸਪੋਜ਼ ਕਰੋ ਜਿਹੜੇ ਸਾਡੇ ਭਾਜਕ ਸੀਗੇ ਜਾਂ ਡਿਨੋਮੀਨੇਟਰ ਹੈਗੇ ਸਾਡੇ ਸੇਮ ਨਹੀਂ ਹੈਗੇ। ਸਾਡੇ ਕੋਲ ਕੋਈ ਰਕਮ ਆ ਗਈ 4/3 ਪਲੱਸ 8/4, ਇਹ ਇੱਕ ਰਕਮ ਆ ਗਈ। ਇਹਨੂੰ ਅਸੀਂ ਜੋੜਨਾ ਗਾ। ਆ ਦੇਖੋ ਜੋੜ ਦਾ ਨਿਸ਼ਾਨ ਲਿਖਿਆ ਨਾ ਇਹਦੇ ਵਿੱਚ, ਇਹਨੂੰ ਅਸੀਂ ਜੋੜਨਾ ਗਾ। ਤਾਂ ਇੱਥੇ ਜਦੋਂ ਇਹ ਦੋਨਾਂ ਦੇ ਜਿਹੜੇ ਡਿਨੋਮੀਨੇਟਰ ਜਦੋਂ ਇਹ ਅਲੱਗ-ਅਲੱਗ ਹੋਣਗੇ ਤਾਂ ਫਸਟ ਸਟੈਪ ਆ ਜਿਹੜਾ ਸਾਡਾ ਪਹਿਲਾ ਸਟੈਪ ਹੈਗਾ, ਪਹਿਲੇ ਸਟੈਪ ਦੇ ਵਿੱਚ ਅਸੀਂ ਕੀ ਲਵਾਂਗੇ, ਐਲਸੀਐਮ ਲਵਾਂਗੇ। ਕੁਛ ਬੱਚੇ ਜੇ ਬੋਰ ਹੋ ਰਹੇ ਨੇਗੇ ਉਹ ਬੇਸ਼ੱਕ ਟੌਪਿਕ ਛੱਡ ਸਕਦੇ ਆ ਕਿ ਲੈਕਚਰ ਛੱਡ ਕੇ ਜਾ ਸਕਦੇ ਨੇਗੇ। ਮੈਂ ਉਹਨਾਂ ਵਾਸਤੇ ਨਹੀਂ ਪੜ੍ਹਾ ਰਿਹਾ ਜਿਹਨਾਂ ਨੂੰ ਬਹੁਤਾ ਆਉਂਦਾ, ਮੈਂ ਉਹਨਾਂ ਵਾਸਤੇ ਪੜ੍ਹਾ ਰਿਹਾ ਜੋ ਸਿੱਖਣਾ ਚਾਹੁੰਦੇ ਨੇਗੇ, ਜਿਹਨਾਂ ਨੂੰ ਲੱਗਦਾ ਵੀ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਚੰਗੀ ਤਰੀਕੇ ਨਾਲ ਨਹੀਂ ਪੜ੍ਹਾਇਆ ਗਿਆ ਅਤੇ ਹੁਣ ਅਸੀਂ ਸਿੱਖਣਾ ਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੈਗਾ ਅਸੀਂ ਲੈਣਾ ਐਲਸੀਐਮ। ਐਲਸੀਐਮ ਕਿੱਦਾਂ ਲਈਦਾ? ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜਿੰਨੇ ਵੀ ਅੰਕਾਂ ਦਾ ਤੁਸੀਂ ਐਲਸੀਐਮ ਲੈਣਾ ਗਾ, ਹੇਠਾਂ ਦੇ 3 ਹੈਗਾ ਇਹਦੇ 4 ਤੁਸੀਂ ਇੱਦਾਂ ਲਿਖ ਲੈਣਾ ਗਾ ਇੱਥੇ 3 ਅਤੇ 4। ਹੁਣ ਦੇਖਣਾ ਗਾ ਵੀ ਕੋਈ ਵੀ ਇਹਨੂੰ ਜਿਹੜਾ 3 ਹੈਗਾ ਜਿਵੇਂ ਇਹਨੂੰ ਅਸੀਂ ਕੀ ਕਰਨਾ ਗਾ, ਇਹ ਤਾਂ ਸਾਡੇ ਮਜਬੂਰੀ ਹੈ ਵੀ ਇਹਨੂੰ ਆਪਾਂ ਕਿੰਨੇ 'ਤੇ ਜਾਊਗਾ, ਇਹ 3 'ਤੇ ਜਾਊਗਾ ਅਤੇ ਇਹ ਤਾਂ 1 ਆ ਜਾਊਗਾ। ਆ 4 ਤਾਂ 3 'ਤੇ ਜਾਇਆ ਨਹੀਂ ਨਾ, 4 ਦਾ 4 ਇੱਦਾਂ ਹੀ ਰਹਿ ਜਾਏਗਾ। ਫਿਰ ਇਹ 2 'ਤੇ ਜਾਵੇਗਾ, ਇਹ 1 ਆ ਗਿਆ ਉੱਪਰਲਾ 1 ਹੇਠ ਹੀ ਉਤਰ ਜਾਏਗਾ। ਇਹਨੂੰ ਹਜੇ ਅਸੀਂ ਵੰਡਣਾ ਗਾ, ਇਹਨੂੰ ਟੋਟਿਆਂ ਦੇ ਵਿੱਚ ਤੋੜਨਾ। ਇੱਥੇ 2 ਆ ਗਿਆ ਅਤੇ ਫਿਰ 1 ਅਤੇ 1, ਇਹ ਕਿੰਨਾ ਆ ਗਿਆ? ਹੁਣ ਜਿਹੜੀਆਂ ਆ ਸਾਡੀਆਂ ਰਕਮਾਂ ਅਗਲੇ ਪਾਸੇ ਜਿਹੜੀਆਂ ਸਾਡੀਆਂ ਡਿਵੀਜ਼ੀਬਲ ਨੇਗੇ ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਮਲਟੀਪਲਾਈ ਕਰਾਂਗੇ 3 ਗੁਣਾ 2 ਗੁਣਾ 2 ਤਾਂ 3 ਦੂਣੀ 6, 6 ਦੂਣੀ 12 ਤਾਂ 12 ਐਲਸੀਐਮ ਆਊਗਾ ਇਹਦਾ। ਮੈਂ ਇੱਕ ਛੋਟਾ ਜਿਹਾ ਹੋਰ ਦੱਸਦਾ, ਇਹ ਰਕਮ ਬਹੁਤ ਛੋਟੀ ਸੀ, ਕਈ ਵਾਰੀ ਰਕਮ ਮੈਂ ਵੱਡੀ ਲਿਖ ਕੇ ਦੱਸਣ ਲੱਗਿਆ ਵੀ ਤੁਹਾਨੂੰ ਸਪੋਜ਼ ਕਰੋ 12 ਅਤੇ 18 ਦਾ ਐਲਸੀਐਮ ਲੈਣਾ ਹੋਵੇ ਤੁਸੀਂ ਤਾਂ ਸਭ ਤੋਂ ਪਹਿਲਾਂ ਕੀ ਕਰੀਦਾ ਹੁੰਦਾ ਹੈਗਾ, 2 ਤੋਂ ਸ਼ੁਰੂ ਦੇਖੋ, 2 ਤੋਂ ਕਰਨਾ ਵੀ 2 'ਤੇ ਜਾਂਦਾ ਹੈਗਾ, 2 'ਤੇ ਜਾਂਦਾ ਹੈਗਾ ਅਤੇ 2 'ਤੇ ਕਿੰਨੇ 'ਤੇ ਜਾਂਦਾ ਹੈਗਾ, ਕਿੰਨੇ ਨੂੰ 2 ਨਾਲ ਮਲਟੀਪਲਾਈ ਕਰੀਏ 12 ਆ ਜਾਏ 6 ਆਉਂਦਾ ਹੁੰਦਾ ਨਾ ਅਤੇ ਇਹ 9 ਆਉਂਦਾ ਹੁੰਦਾ। ਹੁਣ 2 'ਤੇ 6 ਜਾਂਦਾ ਪਰ 9 ਇਹ 2 'ਤੇ ਨਹੀਂ ਜਾਂਦਾ ਤਾਂ ਕੋਈ ਇਹ 3 'ਤੇ ਦੇਖ ਲੈਂਦੇ ਆਂਗੇ। 3 'ਤੇ ਜਦੋਂ 3 ਨੂੰ ਆਪਾਂ ਕਿੰਨੇ ਨਾਲ ਗੁਣਾ ਕਰੀਏ ਵੀ 6 ਆ ਜਾਵੇ, ਕਿੰਨੇ ਨਾਲ ਗੁਣਾ ਕਰੀਏ 2 ਨਾਲ ਤਾਂ ਇੱਥੇ 2 ਆ ਜਾਊਗਾ ਅਤੇ 3 ਨੂੰ ਕਿੰਨੇ ਨਾਲ ਗੁਣਾ ਕਰੀਏ ਇੱਥੇ 9 ਆ ਜਾਵੇ, 3 ਨਾਲ 3 ਤੀਏ 9। ਉਸ ਤੋਂ ਬਾਅਦ ਇੱਥੇ ਆਊਗਾ 2, ਹੁਣ 3 ਤਾਂ ਜਾਂਦਾ ਨਹੀਂ ਹੈਗਾ 2, ਹੁਣ ਇਕੱਲੇ 2 ਨੂੰ ਵਾਸਤੇ 2 ਨੂੰ ਪਹਿਲਾਂ ਆਪਾਂ ਖ਼ਤਮ ਕਰੋ, 2 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ 1 ਆਵੇ, 2 ਨੂੰ 1 ਨਾਲ ਗੁਣਾ ਕਰੀਏ 1 ਆਵੇ, ਆਹ 3 ਇੱਦਾਂ ਉੱਤਰ ਜਾਏਗਾ ਕਿਉਂਕਿ 3 ਤਾਂ 2 'ਤੇ ਜਾਂਦਾ ਹੀ ਨਹੀਂ ਹੈਗਾ। ਹੁਣ ਅਸੀਂ 3 ਲਗਵਾਂਗੇ 1 ਅਤੇ 1 ਆ ਜਾਏਗਾ। ਹੁਣ ਸਾਡੇ ਕੋਲ ਇਹਦਾ ਮਤਲਬ 12 ਅਤੇ 18 ਜਿਹੜਾ ਐਲਸੀਐਮ ਆ ਉਹ ਕਿੰਨਾ ਗਾ ਸਾਡਾ, ਇਹਨਾਂ ਨੂੰ ਪਹਿਲਾਂ ਆਪਸ 'ਚ ਮਲਟੀਪਲਾਈ ਕਰੋ 3 ਗੁਣਾ 2 6, 6 ਦੂਣੀ 12, 12 ਤੀਆ 36 ਤਾਂ 12 ਅਤੇ 18 ਦਾ ਜਿਹੜਾ ਐਲਸੀਐਮ ਹੈਗਾ ਉਹ ਕਿੰਨਾ ਹੈਗਾ 36 ਆਏਗਾ ਜੀ। ਕਲੀਅਰ ਹੋ ਗਈ ਬੱਚੇ ਗੱਲ ਇਹ। ਤਾਂ ਇਸ ਤਰੀਕੇ ਨਾਲ ਅਸੀਂ ਇਹਨਾਂ ਜਿਹੜੇ ਵੱਡੇ ਟਰਮਾਂ ਨੇ ਇਹਨਾਂ ਨੂੰ ਅਸੀਂ ਟੋਟਿਆਂ ਦੇ ਵਿੱਚ ਤੋੜ ਕੇ ਛੋਟਾ ਕਰਕੇ ਲਾਸਟ ਦੇ ਵਿੱਚ ਤੱਕ ਇੱਕ ਨਹੀਂ ਆਉਂਦਾ ਹੈਗਾ ਉਨੀ ਦੇਰ ਤੱਕ ਅਸੀਂ ਇੱਦਾਂ ਹੀ ਡਿਵਾਈਡ ਕਰੀ ਜਾਂਦੇ ਹੁੰਦੇ ਹੈਗੇ। ਤਾਂ ਚਲੋ ਅਸੀਂ ਇੱਥੇ ਆਉਣੇ ਵੀ ਇਹਦਾ ਦੋਨਾਂ ਦਾ ਐਲਸੀਐਮ ਕਿੰਨਾ ਆਉਂਦਾ ਹੈਗਾ 12। ਵੈਸੇ ਜੇ ਤੁਸੀਂ ਦੋਨਾਂ ਨੂੰ ਆ ਹੇਠਲੇ ਨੂੰ ਮਲਟੀਪਲਾਈ ਕਰਕੇ ਵੀ ਲਿਖ ਲਓ ਨਾ 4 ਤੀਏ 12 ਉਹਨੂੰ ਵੀ ਐਲਸੀਐਮ ਅਸੀਂ ਮੰਨ ਸਕਦੇ ਹਾਂ ਕਈ ਵਾਰੀ, ਪਰ ਉਹ ਵੱਡੀ ਹੋ ਜਾਂਦੀ ਹੈ ਟਰਮ। ਕਈ ਵਾਰੀ ਸਾਡਾ ਐਲਸੀਐਮ ਇੱਦਾਂ ਕਰਕੇ ਉਹ ਛੋਟਾ ਆਉਂਦਾ ਹੁੰਦਾ ਹੈਗਾ। ਆਪਾਂ ਦੇਖ ਲਾਂਗੇ ਚਲੋ ਜੋ ਆਪਾਂ ਅੱਗੇ ਚੱਲਦੇ ਆਪਾਂ ਸਾਡਾ ਕਿੰਨਾ ਐਲਸੀਐਮ 12 ਆਏਗਾ। ਤਾਂ ਜਦੋਂ ਐਲਸੀਐਮ 12 ਆਇਆ ਅਸੀਂ ਸਭ ਤੋਂ ਪਹਿਲਾਂ ਇਸ ਐਲਸੀਐਮ ਨੂੰ ਜਿਹੜਾ ਸਾਡਾ ਪਹਿਲਾ ਜਿਹੜਾ ਭਾਜਕ ਹੈਗਾ ਜਿਹੜਾ ਸਾਡਾ ਡਿਨੋਮੀਨੇਟਰ ਹੈਗਾ ਉਹਦੇ ਨਾਲ ਡਿਵਾਈਡ ਕਰਾਂਗੇ। ਹੁਣ 12 3 ਨਾਲ ਜੇ ਆਪਾਂ ਡਿਵਾਈਡ ਕਰੀਏ 12 ਨੂੰ ਜੇ ਆਪਾਂ 3 ਨਾਲ ਡਿਵਾਈਡ ਕਰੀਏ ਕਿੰਨਾ ਆਉਂਦਾ ਸਾਡਾ 4 ਤਾਂ ਜਿਹੜਾ ਇਹ 4 ਆ ਗਿਆ ਇਸ 4 ਨੂੰ ਉੱਪਰਲੇ ਨਾਲ ਅੰਕ ਦੇ ਨਾਲ ਡਿਨੋਮੀਨੇਟਰ ਨਾਲ ਇਹਦੇ ਨਾਲ ਅਸੀਂ ਕਰਨਾ ਗਾ ਮਲਟੀਪਲਾਈ ਤਾਂ ਕਿੰਨਾ 3 ਆਇਆ 12 ਨੂੰ 3 ਨਾਲ ਕੀਤਾ 4 ਆਇਆ 4 ਨੂੰ ਚੌਕੀ 16 ਉੱਪਰ ਸਾਡਾ 16 ਆ ਗਿਆ। ਹੁਣ ਇਸੇ ਤਰੀਕੇ ਨਾਲ ਇਹਦਾ ਕਰਨਾ ਅਸੀਂ 12 ਨੂੰ 4 ਨਾਲ ਡਿਵਾਈਡ ਕਰਨਾ। ਜਦੋਂ 12 ਨੂੰ 4 ਨਾਲ ਡਿਵਾਈਡ ਕੀਤਾ ਸਾਡਾ ਕਿੰਨਾ ਹੈ 3 ਆਇਆ ਤਾਂ ਇਹ 3 ਨੂੰ ਮਲਟੀਪਲਾਈ ਕਰਨਾ ਉੱਪਰਲੇ ਨਾਲ ਤਾਂ 3 ਨੂੰ ਮਲਟੀਪਲਾਈ ਜਦੋਂ ਉੱਪਰਲੇ ਨਾਲ ਕਰਾਂਗੇ ਕਿੰਨਾ ਆਊਗਾ ਜੀ 8 ਤੀਆ 24 ਤਾਂ ਸਾਡੇ ਕੋਲ ਹੁਣ ਅਸੀਂ ਇਹਨਾਂ ਨੂੰ ਸਿੱਧੇ ਜੋੜ ਸਕਦੇ ਹਾਂ ਕਿਉਂਕਿ ਦੋਨਾਂ ਦਾ ਐਲਸੀਐਮ ਜਿਹੜਾ ਦੋਨਾਂ ਦਾ ਜਿਹੜਾ ਆਹ ਹੈਗਾ ਤੁਹਾਡਾ ਜਿਹੜਾ ਭਾਜਕ ਹੈਗਾ ਜਿਹੜਾ ਡਿਨੋਮੀਨੇਟਰ ਹੈਗਾ ਉਹ ਇੱਕ ਹੈਗਾ ਉਹ ਸੇਮ ਹੈਗਾ ਫਿਰ ਜੋੜ ਸਕਦੇ ਹਾਂ। ਹੁਣ 24 ਅਤੇ 16 ਕਿੰਨੇ ਹੁੰਦੇ ਹੈਗੇ ਇਹ 40 ਹੁੰਦੇ ਆ ਤਾਂ 40/12 ਆ ਗਿਆ ਜੀ ਸਾਡਾ। ਠੀਕ ਹੈ ਜੀ, ਇਹ 40/12 ਨੂੰ ਆਪਾਂ ਹੁਣ ਕਿੰਨੇ 'ਤੇ ਜਾ ਸਕਦੇ ਇਹਨੂੰ ਛੋਟਾ ਕਰਕੇ ਲਿਖ ਸਕਦੇ ਹਾਂ ਆਪਾਂ। ਛੋਟਾ ਕਿਵੇਂ ਕਰੀਦਾ ਹੁੰਦਾ ਇਹਨੂੰ ਆਪਾਂ ਕਿੰਨੇ 'ਤੇ ਵੰਡੀਏ ਚਲੋ 2 'ਤੇ ਵੰਡੋ ਆਹ ਆ ਗਿਆ ਸਾਡਾ 20 ਹੇਠਾਂ ਕਿੰਨਾ ਆ ਜਾਊਗਾ ਸਾਡਾ 6 ਫਿਰ ਉੱਪਰ ਵੰਡਾਂਗੇ ਉੱਪਰ ਆ ਗਿਆ 10 ਹੇਠਾਂ ਆ ਗਿਆ ਸਾਡਾ 3 ਤਾਂ ਜਦ ਤੱਕ ਕਹਿ ਸਕਦੇ ਵੀ 10/3 ਆਨਸਰ ਹੈਗਾ। ਜਾਂ ਰਾਜੇ ਇਸ ਤਰੀਕੇ ਨਾਲ ਇਹਨੂੰ ਜੇ ਆਪਾਂ ਪੁਆਇੰਟਾਂ ਦੇ ਵਿੱਚ ਕੱਢਣਾ ਜੇ ਪੁਆਇੰਟਾਂ ਦੇ ਵਿੱਚ ਕਿਤੇ ਨਾ ਕੁਛ ਦਿੱਤਾ ਹੋਵੇ
ਤਾਂ ਉੱਪਰ ਵਾਲੀ ਰਕਮ ਜਿਹੜੀ ਅੰਦਰ ਲਿਖਦੇ ਹੁੰਦੇ ਆਗੇ, ਹੇਠਾਂ ਵਾਲੀ ਬਾਹਰ ਲਿਖਦੇ ਹੁੰਦੇ ਆ। ਤਾਂ ਸਭ ਤੋਂ ਪਹਿਲਾਂ ਕਿੰਨੇ ਜਾਊ, 3 ਤੇ 3 9 ਆ ਗਿਆ, ਹੇਠਾਂ ਗਾ 1। ਹੁਣ 3 ਤੇ ਜਾਂਦਾ ਨਹੀਂ ਹੈਗਾ, ਅਸੀਂ ਕੀ ਕਰਾਂਗੇ, ਉੱਪਰਲੇ ਪਾਸੇ ਇੱਕ 0 ਉਤਾਰਾਂਗੇ, ਇੱਥੇ ਪੁਆਇੰਟ ਲਗਾਵਾਂਗੇ। ਫਿਰ ਸਾਡੇ ਕੋਲ 3 ਤੇ ਜਾਊਗਾ, 9 ਆ ਗਿਆ, 3 ਤੇ ਜਾਊਗਾ, 9 ਆ ਗਿਆ, 1 ਆ ਗਿਆ। ਹੁਣ ਫਿਰ ਨਹੀਂ 3 1 ਤੇ ਜਾਂਦਾ, 3 ਪੁਆਇੰਟ। ਤਾਂ ਸਾਡਾ ਆਨਸਰ ਕਿੰਨਾ ਆ ਗਿਆ, 3.33 ਆ ਗਿਆ ਜੀ। ਤਾਂ ਇਹਦਾ ਆਨਸਰ ਜਿਹੜਾ ਸੀਗਾ 4/3 ਅਤੇ 8/4 ਦਾ ਜਿਹੜਾ ਆਨਸਰ ਸੀ ਉਹ 3.33 ਸੀਗਾ। ਜਾਂ ਬਟਿਆਂ ਦੇ ਵਿੱਚ 10 ਬਟਾ ਕਿੰਨਾ ਸੀਗਾ, ਉਹ 3 ਸੀਗਾ। ਤਾਂ ਸਮਝ ਆ ਗਈ ਜੀ ਇਹ ਗੱਲ ਇੰਨੀ। ਅੱਗੇ ਚਲੋ, ਇਹ ਸੀਗੀਆਂ 2 ਰਕਮਾਂ। ਜੇ 3 ਰਕਮਾਂ ਹੋਣ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, 3 ਰਕਮਾਂ ਦਾ ਐਲਸੀਐਮ ਲੈ ਲਾਂਗੇ। ਸਪੋਜ਼ ਕਰੋ ਸਾਡੇ ਕੋਲ ਹੈਗਾ। ਇਸ ਤੋਂ ਬਾਅਦ ਦੇਖੋ ਜੀ, ਆ ਸਾਡਾ ਨੈਕਸਟ ਕੁਐਸਚਨ ਹੈਗਾ ਜੀ, ਸਾਨੂੰ 2 ਦੀ ਥਾਂ 'ਤੇ 3 ਰਕਮਾਂ ਦਿੱਤੀਆਂ ਹੋਣ, ਇਹਨਾਂ 3 ਰਕਮਾਂ ਨੂੰ ਕਿਵੇਂ ਜੋੜਿਆ ਜਾ ਸਕਦਾ। 3 ਰਕਮਾਂ ਨੂੰ ਜੋੜਨ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹਨਾਂ 3 ਦਾ ਐਲਸੀਐਮ ਲੈਣਾ ਪਏਗਾ ਜੀ। 3 ਦਾ ਐਲਸੀਐਮ ਜਿਹੜਾ ਹੈਗਾ, 3 ਦਾ ਐਲਸੀਐਮ ਕਿਵੇਂ ਲਵਾਂਗੇ, 3 ਅਤੇ 1 4 ਇੱਦਾਂ ਲਵਾਂਗੇ। ਸਭ ਤੋਂ ਪਹਿਲਾਂ ਸਪੋਜ਼ ਕਰੋ ਸਭ ਤੋਂ ਛੋਟੀ ਰਕਮ 3 ਆ, ਜਿਹਦੇ ਉੱਪਰ ਜਾਵੇਗਾ ਇਹ। 3 ਨੂੰ 3 ਨਾਲ ਡਿਵਾਈਡ ਕਰਾਂਗੇ, 1 ਆ ਜਾਊਗਾ। 3 ਨੂੰ 3 ਨਾਲ 1 ਆ ਜਾਊਗਾ। 4 ਇੱਦਾਂ ਹੀ ਹੇਠਾਂ ਉੱਤਰ ਜਾਏਗਾ, ਕਿਉਂਕਿ 4 3 'ਤੇ ਡਿਵਾਈਡ ਨਹੀਂ ਹੁੰਦਾ ਹੈਗਾ। ਤਾਂ ਇਸ ਤੋਂ ਬਾਅਦ ਅਸੀਂ 4 'ਤੇ ਕਰਾਂਗੇ, ਚਾਹੇ ਇਹਨੂੰ 2 'ਤੇ ਕਰ ਲਓ, 2 'ਤੇ ਕਰ ਲਓ। ਚਲੋ ਇੱਕ ਸਟੈਪ ਹੋਰ ਵੱਧ ਜੂਗਾ ਸਾਡਾ। 4 ਨੂੰ ਕਰਾਂਗੇ 2 ਆ ਜਾਊਗਾ, ਫਿਰ 2 'ਤੇ ਕਰ ਲਓ, 1 1 ਅਤੇ 1 2 ਦੂਣੀ 4 4 ਅਤੇ 3 4 ਤੀਏ 12। ਤਾਂ ਜਿਹੜਾ ਐਲਸੀਐਮ ਆ ਰਿਹਾ ਸਾਡਾ ਉਹ ਆ ਰਿਹਾ ਹੈਗਾ ਜੀ 12। ਤਾਂ ਇਹ 12 ਨੂੰ ਪਹਿਲਾਂ ਅਸੀਂ 3 ਨਾਲ ਡਿਵਾਈਡ ਕਰਾਂਗੇ। 12 ਨੂੰ ਅਸੀਂ 3 ਨਾਲ ਡਿਵਾਈਡ ਕੀਤਾ, ਸਾਡਾ ਕਿੰਨਾ ਆ ਗਿਆ 4। ਇਹ ਜਿਹੜਾ 4 ਆ ਗਿਆ, ਇਸ 4 ਨੂੰ ਉੱਪਰ ਇਹਨਾਂ ਮਲਟੀਪਲਾਈ ਕਰਾਂਗੇ। 8 ਚੌਕਾ ਕਿੰਨਾ ਹੁੰਦਾ 32 ਪਲੱਸ ਇਸ 12 ਨੂੰ 3 ਨਾਲ ਡਿਵਾਈਡ ਕਰਾਂਗੇ, ਕਿੰਨਾ ਉਹ ਸਾਡਾ 4। 4 ਨੂੰ ਉੱਪਰ ਨਾਲ ਮਲਟੀਪਲਾਈ ਕਰਾਂਗੇ, ਰਹੇ 4 ਨਾਲ ਕਿੰਨਾ ਆ ਗਿਆ ਚੌਕੋ ਚੌਕੀ 16 ਪਲੱਸ ਇਸ 2 ਨੂੰ 4 ਨਾਲ ਡਿਵਾਈਡ ਕਰਾਂਗੇ, ਕਿੰਨਾ ਆ ਗਿਆ ਸਾਡਾ 3 ਆ ਗਿਆ। 3 ਨੂੰ 2 ਨਾਲ ਗੁਣਾ ਕਰਾਂਗੇ, ਕਿੰਨਾ ਆ ਗਿਆ 3 ਦੂਣੀ, ਹਾਂਜੀ 3 ਦੂਣੀ 6 ਆ ਗਿਆ। ਤਾਂ ਹੁਣ ਸਾਡੇ ਕੋਲ ਜਿਹੜਾ ਇੱਥੇ ਟੋਟਲ ਬਣ ਗਿਆ ਉਹ ਸਾਡਾ ਕਿੰਨਾ ਬਣ ਚੁੱਕਿਆ ਹੈਗਾ 16 ਅਤੇ 6। ਜੇ ਆਪਾਂ ਜੋੜੀਏ ਕਿੰਨੇ ਹੁੰਦੇ ਨੇਗੇ ਇਹ 22 ਅਤੇ 32 ਨੂੰ ਜੇ ਅਸੀਂ ਜੋੜਾਂਗੇ 22 ਅਤੇ 32 ਅਤੇ 32 ਜਿਹੜੇ ਹੋਣਗੇ ਸਾਡੇ 54 ਬਣ ਜਾਣਗੇ। 54/12 ਆ ਜਾਏਗਾ। ਹੁਣ 54/12 ਨੂੰ ਜਿਹੜਾ ਸੋਲਵ ਕਰਨਾ ਅਸੀਂ ਚਾਹੇ ਤਾਂ ਇਹਨੂੰ ਤੋੜ ਕੇ ਦੇਖ ਲਓ, ਹੇਠਾਂ ਆ ਗਿਆ 2 ਨਾਲ ਕੀਤਾ 6 ਆ ਗਿਆ। 54 ਦਾ ਕਰਾਂਗੇ ਤਾਂ ਸਾਡਾ ਕਿੰਨਾ ਆ ਜਾਏਗਾ 27 ਆ ਜਾਏਗਾ। 27 ਆ ਜਾਏਗਾ। 27 ਦੂਣੀ 54 ਹੁੰਦਾ ਨਾ, 25 ਦੂਣੀ 50 ਹੁੰਦਾ, 2 ਉੱਪਰ ਜੋੜਾਂਗੇ 4। ਇਸ ਤੋਂ ਬਾਅਦ ਇਹ ਕਿੰਨੇ 'ਤੇ ਜਾ ਸਕਦਾ, ਇਸ ਤੋਂ ਬਾਅਦ 3 'ਤੇ ਜਾ ਸਕਦਾ। 3 'ਤੇ ਅੱਛਾ ਇੱਕ ਗੱਲ ਹੋਰ ਸੁਣੋ, ਇੱਥੇ ਮੈਂ ਤੁਹਾਨੂੰ ਰੋਕਣ ਲੱਗਿਆਗਾ। ਸਪੋਜ਼ ਕਰੋ ਤੁਸੀਂ ਦੇਖਣਾ ਵੀ ਜਿਹੜਾ 27 ਹੈਗਾ, ਦੇਖੋ 2 'ਤੇ ਤਾਂ ਪਤਾ ਲੱਗ ਜਾਂਦਾ ਨਾ ਵੀ ਕਿਸੇ ਵੀ ਰਕਮ ਦੇ ਪਿਛਲੇ ਪਾਸੇ 2 4 0 6 8 ਹੋਵੇ ਤਾਂ ਇਹ ਸਾਰੀਆਂ ਰਕਮਾਂ ਜਿਹੜੀਆਂ ਹੁੰਦੀਆਂ ਨੇਗੀਆਂ ਇਹ 2 'ਤੇ ਵੰਡੀਆਂ ਜਾਂਦੀਆਂ ਹੁੰਦੀਆਂ ਨੇ, ਹੈ ਨਾ। ਇਹ ਤਾਂ ਗੱਲ ਪਤਾ ਨਾ। 12 ਹੋਵੇ ਇਹ ਵੀ 2 'ਤੇ ਵੰਡੀ ਜਾਊਗੀ, 6 ਆ ਜਾਊਗਾ। 18 ਹੋਵੇ ਇਹ ਵੀ 2 'ਤੇ ਵੰਡੀ ਜਾਊਗੀ, 9 ਆ ਜਾਊਗਾ। ਪਰ ਜੇ 3 'ਤੇ ਵੰਡਣ ਦਾ ਸਾਨੂੰ ਪਤਾ ਕਰਨਾ ਵੀ 3 'ਤੇ ਵੰਡੀ ਜਾਂਦੀ ਹੈ ਕੋਈ ਰਕਮ ਕਿ ਨਹੀਂ ਵੰਡੀ ਜਾਂਦੀ, ਇਹ ਕਿਵੇਂ ਪਤਾ ਲੱਗਦਾ ਹੁੰਦਾ ਹੈਗਾ। ਜੇ ਮੰਨ ਲਓ 27 ਆ, ਤੁਸੀਂ ਕੀ ਕਰਨਾ 2 ਅਤੇ 7 ਨੂੰ ਜੋੜ ਲੈਣਾ ਗਾ। 2 'ਤੇ ਜਦੋਂ ਤੁਸੀਂ 7 ਨੂੰ ਜੋੜੋਗੇ ਸਾਡੇ ਕੋਲ ਕਿੰਨਾ ਆਊਗਾ ਕੁੱਲ 9 ਆ ਜਾਊਗਾ ਨਾ। ਜੋ ਤੁਸੀਂ ਜੋੜੋਗੇ ਕਿੰਨਾ ਆਊਗਾ ਤੁਹਾਡਾ 9 ਆ ਜਾਊਗਾ ਇੱਥੇ। ਤਾਂ ਜਿਹੜਾ 9 ਆ ਗਿਆ ਇਹ 9 ਹੁਣ 7 ਅਤੇ 2 9 ਹੁੰਦਾ, 9 3 'ਤੇ ਜਾਂਦਾ ਹੈਗਾ ਇਹਦਾ ਮਤਲਬ 27 ਵੀ ਜਾਊਗਾ, 27 20 ਜਾਊਗਾ। ਕਲੀਅਰ ਹੋ ਗਈ ਜੀ ਗੱਲ ਇਹ। ਤਾਂ ਜੇ 27 ਦੀ ਥਾਂ 'ਤੇ ਕੋਈ ਹੋਰ ਹੁੰਦਾ, ਮੰਨ ਲਓ ਸਾਡੇ ਕੋਲ ਹੈਗਾ ਗਾ 21 ਹੈਗਾ, ਅਤੇ 21 ਨੂੰ ਤੁਸੀਂ ਕੀ ਕਰੋਗੇ 2 ਅਤੇ 1 ਜੋੜੋਗੇ 3 ਆ ਗਿਆ ਨਾ। ਜੇ 3 ਆ ਗਿਆ 3 'ਤੇ ਜਾਂਦਾ ਹੁੰਦਾ, ਇਹ ਜਾਂਦਾ ਹੁੰਦਾ। ਤਾਂ ਇਹਦਾ ਮਤਲਬ ਕੀ ਆ, ਦੇਖੋ ਹੁਣ ਅਸੀਂ 27 ਨੂੰ ਦੇਖਣਾ 3 'ਤੇ ਜਾਊਗਾ ਕਿ ਨਹੀਂ ਜਾਊਗਾ। ਕਿੰਨਾ ਹੁੰਦਾ 9 ਤੀਆ 27 ਹੁੰਦਾ ਨਾ, ਇਹ 2 'ਤੇ ਗਿਆ। ਤਾਂ 9/2 ਅਸੀਂ ਕਰਾਂਗੇ ਕਿੰਨਾ ਆ ਜਾਊਗਾ ਸਾਡਾ 4.5 ਆ ਜਾਊਗਾ। ਤੁਹਾਡੇ ਕੋਲ ਇਹਦਾ ਜਿਹੜਾ ਆਨਸਰ ਆ ਗਿਆ ਜਾਂ ਤਾਂ 9/2 ਕਹਿ ਲਓ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ 4.5 ਆ ਗਿਆ ਜੀ ਇਹਦਾ ਆਨਸਰ। ਕਲੀਅਰ ਹੋ ਗਈ ਬੱਚੇ ਗੱਲ। ਇਹਦਾ ਆਨਸਰ 4.5 ਆਇਆ। ਕਿਹਦਾ, ਜਿਹੜੀਆਂ 3 ਰਕਮਾਂ ਸਾਡੀਆਂ ਦਿੱਤੀਆਂ ਹੋਈਆਂ ਸੀਗੀਆਂ। ਓਕੇ ਜੀ। ਤਾਂ ਨੈਕਸਟ ਅਗਲੀ ਰਕਮ ਵੱਲ ਵੱਧਦੇ ਆਂਗੇ ਅਸੀਂ। ਇੱਕ ਰਕਮ ਹੋਰ ਆ ਗਈ, ਕੀ ਅਸੀਂ ਕਰ ਸਕਦੇ ਹਾਂਗੇ ਮੈਂ ਉਹ ਤੁਹਾਨੂੰ ਦੱਸਣ ਲੱਗਿਆ ਸਾਰਾ ਕੁਛ। ਅਗਲੀ ਰਕਮ ਵੱਲ ਵੱਧਦੇ ਹਾਂ ਜੀ। ਚਲੋ ਮੰਨ ਲਓ ਕੁਐਸਚਨ ਨੰਬਰ 5ਵਾਂ ਕੁਐਸਚਨ ਹੈ। ਇਹਦੇ ਵਿੱਚ ਦੇਖੋ ਸਪੋਜ਼ ਕਰੋ ਉਹਨੇ ਕਿਹਾ ਗਾ ਵੀ ਤੁਸੀਂ ਜੋੜਨਾ ਗਾ 8/4 ਨੂੰ ਪਲੱਸ 10/2 ਨੂੰ ਪਲੱਸ 12/6 ਨੂੰ, ਇਹਨਾਂ ਨੂੰ ਜੋੜਨਾ ਗਾ। ਤਾਂ ਹਮੇਸ਼ਾ ਬੱਚੇ ਜੋੜਨ ਤੋਂ ਪਹਿਲਾਂ ਇਹ ਦੇਖ ਲਈਦਾ ਹੁੰਦਾ ਕਿ ਕਿਤੇ ਸਾਡੇ ਜਿਹੜੀਆਂ ਰਕਮਾਂ ਦਿੱਤੀਆਂ ਹੋਈਆਂ ਨੇਗੀਆਂ ਇਹ ਸਿੰਪਲੀਫਾਈ ਹੋ ਸਕਦੀਆਂ ਨੇਗੀਆਂ। ਸਿੰਪਲੀਫਾਈ ਮਤਲਬ ਇਹਨਾਂ ਨੂੰ ਸੌਖਾ ਬਣਾਇਆ ਜਾ ਸਕਦਾ। ਸੌਖਾ ਕਿਵੇਂ ਬਣਾਇਆ ਜਾ ਸਕਦਾ, ਇਹਦਾ ਕੀ ਮਤਲਬ ਆ 8 ਦੇ ਥੱਲੇ 4 ਲਿਖਣ ਦਾ ਮਤਲਬ ਵੀ 8 ਨੂੰ 4 ਦੇ ਨਾਲ ਡਿਵਾਈਡ ਕੀਤਾ ਜਾ ਸਕਦਾ। ਕੀ ਇਹ ਸਿੱਧੇ ਜਾਂਦੇ ਆਪਾਂ ਦੇਖਿਆ ਵੀ 4 ਨੂੰ ਜਦੋਂ 8 ਨਾਲ ਡਿਵਾਈਡ ਕੀਤਾ ਸਾਡੇ ਕੋਲ ਕਿੰਨਾ ਆ ਗਿਆ, ਇਹ ਤਾਂ ਸਿੱਧਾ 2 ਆ ਗਿਆ।
ਤਾਂ ਆਪਾਂ ਇਹਦੀ ਪੂਰੀ ਥਾਂ ਦੇ ਉੱਪਰ ਇਹਨੂੰ ਅਸੀਂ 8/4 ਬਾਰ-ਬਾਰ ਲਿਖਣ ਦੀ ਬਜਾਏ ਇੱਥੇ ਸਿਰਫ 2 ਲਿਖ ਸਕਦੇ ਹਾਂਗੇ ਅਸੀਂ। ਤੇ ਜਦੋਂ ਇਹਨੂੰ ਦੇਖਿਆ ਇਹ ਵੀ ਵੰਡਿਆ ਜਾ ਸਕਦਾ ਸੀਗਾ। 10 ਨੂੰ ਜੇ ਆਪਾਂ 2 ਤੇ ਵੰਡਾਂਗੇ ਕਿੰਨਾ ਆਊਗਾ ਸਾਡਾ 5 ਆਊਗਾ, ਤੇ ਇੱਥੇ ਅਸੀਂ 5 ਵੀ ਲਿਖ ਸਕਦੇ ਹਾਂਗੇ। ਇਸੇ ਤਰੀਕੇ ਨਾਲ 6 ਨੂੰ ਅਸੀਂ 12 ਤੇ ਕੱਢਾਂਗੇ, ਇੱਥੇ ਵੰਡਾਂਗੇ ਇੱਥੇ 2 ਆਊਗਾ। ਤੇ ਇਹਦਾ ਮਤਲਬ ਇਹ ਤਾਂ ਸਾਡੀਆਂ ਸਿੰਗਲ ਟਰਮਾਂ ਹੀ ਸੀਗੀਆਂ, ਤਾਂ ਸਾਡੀਆਂ ਬਟਿਆਂ ਦੇ ਵਿੱਚ ਹੈ ਹੀ ਨਹੀਂ ਸੀਗੀਆਂ। ਬਟਿਆਂ ਨੂੰ ਸੋਲਵ ਕਰਕੇ ਸਾਡੀਆਂ ਸਿੰਗਲ ਟਰਮਾਂ ਬਣ ਗਈਆਂ। ਤਾਂ 2 ਤੇ 2 ਕਿੰਨੇ ਹੁੰਦੇ ਆ 4, 4 ਤੇ 5 ਕਿੰਨੇ ਹੁੰਦੇ ਆ, ਇਹਦਾ ਆਨਸਰ ਤਾਂ ਸਿੱਧਾ ਹੀ ਆ ਗਿਆ 9। ਅਦਰਵਾਈਜ਼ ਅਸੀਂ ਕੀ ਕਰਦੇ, ਇਹਨਾਂ ਦਾ ਐਲਸੀਐਮ ਲੱਭੀ ਜਾਂਦੇ, ਉਸ ਤੋਂ ਬਾਅਦ ਡਿਵਾਈਡ ਕਰਦੇ। ਤਾਂ ਇਹ ਵੀ ਦੇਖ ਲਈਦਾ ਹੁੰਦਾ ਅਸੀਂ ਕਿਸੇ ਵੀ ਟਰਮ ਨੂੰ ਜੇ ਸਿੰਪਲੀਫਾਈ ਕਰ ਸਕੀਏ ਪਹਿਲਾਂ ਤਾਂ ਕਰ ਸਕਦੇ ਹੁੰਦੇ ਹੈਗੇ। ਪਰ ਪਹਿਲਾਂ ਜਿਹੜੀਆਂ ਟਰਮਾਂ ਸੀ ਦੇਖੋ, ਨਾ ਤਾਂ 3 ਜਾਂਦਾ ਸੀਗਾ 8 ਤੇ, ਨਾ 4 3 ਤੇ ਜਾਂਦਾ ਸੀਗਾ, ਹੈ ਨਾ। ਇਹ ਪਹਿਲਾਂ ਡਿਵੀਜ਼ੀਬਲ ਹੈ ਨਹੀਂ ਸੀਗੇ। ਆਹ ਬੇਸ਼ੱਕ ਹੈਗਾ ਸੀ, ਇਹਦਾ 1/2 ਬਣ ਜਾਣਾ ਸੀਗਾ, ਤਾਂ ਵੀ ਆਨਸਰ ਤੁਹਾਡਾ ਸੇਮ ਹੀ ਬਣਨਾ ਸੀਗਾ। ਤਾਂ ਇਹ ਚੀਜ਼ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈਗਾ। ਤਾਂ ਇਹ ਤਾਂ ਸੀਗੀ ਐਡੀਸ਼ਨ ਦੇ ਵਿੱਚ ਲਗਭਗ ਤੁਹਾਨੂੰ ਮੇਰੇ ਹਿਸਾਬ ਨਾਲ ਸਾਰਾ ਕੁਝ ਕਲੀਅਰ ਹੋ ਹੀ ਗਿਆ ਹੋਣਾ ਗਾ ਵੀ ਅਸੀਂ ਐਡ ਕਰਨ ਵੇਲੇ ਦੋ ਰੂਲ ਬਣਾਏ ਨੇਗੇ। ਪਹਿਲਾ ਰੂਲ ਤਾਂ ਇਹ ਕਹਿੰਦਾ ਹੈਗਾ ਵੀ ਜੇ ਸਾਡੇ ਜਿਹੜੇ ਭਾਜਕ ਨੇਗੇ ਜਾਂ ਡਿਨੋਮੀਨੇਟਰ ਸੇਮ ਨੇਗੇ, ਤਾਂ ਦੋਨਾਂ ਦਾ ਡਿਨੋਮੀਨੇਟਰ 1 ਕਰਕੇ ਡਾਇਰੈਕਟ ਐਡ ਕੀਤੇ ਜਾ ਸਕਦੇ ਆ। ਦੂਜਾ ਜੇ ਡਿਨੋਮੀਨੇਟਰ ਅਲੱਗ-ਅਲੱਗ ਨੇਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਸਟੈਪ ਆ ਉਹ ਸਾਨੂੰ ਐਲਸੀਐਮ ਲੈਣਾ ਪਊ, ਐਲਸੀਐਮ ਲੈ ਕੇ ਜੋੜਨੇ ਪੈਣਗੇ। ਠੀਕ ਹੈ ਜੀ। ਆਹ ਜਿਹੜਾ ਐਲਸੀਐਮ ਵਾਲਾ ਸਟੈਪ ਹੈ ਇਹ ਯੂਨੀਵਰਸਲ ਹੈਗਾ। ਇਹ ਯੂਨੀਵਰਸਲ ਹੈ, ਕਿਤੇ ਵੀ ਤੁਸੀਂ ਲਗਾ ਸਕਦੇ ਹੋਗੇ। ਇਹ ਉੱਥੇ ਵੀ ਲਗਾਇਆ ਜਾ ਸਕਦਾ ਜਿੱਥੇ ਸਾਡੇ ਡਿਨੋਮੀਨੇਟਰ ਸੇਮ ਹੋਣ। ਜਿਵੇਂ ਦੇਖੋ ਪਹਿਲਾ ਕੁਐਸਚਨ ਦੇ ਵਿੱਚ ਅਸੀਂ ਇੱਕ ਲੈਤਾ ਸੀਗਾ ਨਾ, ਇਹਦੇ ਵਿੱਚ ਦੇਖਿਆ ਸੀਗਾ ਨਾ ਅਸੀਂ ਇਹਨੂੰ ਅਸੀਂ ਦੇਖਦੇ ਵੀ ਜੇ ਆਪਾਂ ਐਲਸੀਐਮ ਲੈ ਲੈਂਦੇ ਅਸੀਂ ਇੱਦਾਂ ਸਿੱਧਾ ਨਾ ਜੋੜਦੇ, ਐਲਸੀਐਮ ਲੈ ਲੈਂਦੇ 7/3 ਨਹੀਂ 7/2 ਸੀਗਾ, ਹੈ ਨਾ। ਮੰਨ ਲਓ ਸਾਡੇ ਕੋਲ ਹੈਗਾ ਸੀਗਾ ਇਹ 7/2 ਨੂੰ ਜੋੜਨਾ ਸੀਗਾ 3/2 ਦੇ ਨਾਲ। ਤਾਂ ਦੇਖੋ ਅਸੀਂ ਇਹਨਾਂ ਦਾ ਐਲਸੀਐਮ ਲੈ ਲੈਂਦੇ, ਸਪੋਜ਼ ਕਰੋ ਐਲਸੀਐਮ ਇਹਨਾਂ ਦਾ ਕਿੰਨਾ ਆਊਗਾ, ਦੋਨਾਂ ਦਾ 2 ਤੇ 2 ਦਾ 2 ਨਾਲ ਕਰਾਂਗੇ ਸਾਡਾ 1 ਆ ਜਾਊਗਾ। ਤਾਂ ਐਲਸੀਐਮ 2 ਆ ਗਿਆ। ਹੁਣ 2 ਨੂੰ ਇਹ ਨਾ ਕਰੋ, ਆਪਾਂ 2 ਨੂੰ 2 ਨਾਲ ਡਿਵਾਈਡ ਕਰਾਂਗੇ, ਸਾਡਾ ਕਿੰਨਾ ਆ ਜਾਊਗਾ 1 ਆ ਜਾਊਗਾ। ਤਾਂ ਉਹ 1 ਨੂੰ ਉੱਪਰ ਮਲਟੀਪਲਾਈ ਕਰਾਂਗੇ, 7 ਨਾਲ 1 ਨੂੰ ਮਲਟੀਪਲਾਈ ਕੀਤਾ 7 ਆ ਗਿਆ। ਆਹ 2 ਨੂੰ 2 ਨਾਲ ਡਿਵਾਈਡ ਕੀਤਾ 1 ਆ ਗਿਆ, ਉੱਪਰਲੇ ਪਾਸੇ 3 ਆ ਗਿਆ। ਸਾਡੇ ਕੋਲ ਆਇਆ ਕਿੰਨਾ ਗਾ 10/2 ਆਇਆ। ਤਾਂ 10/2 ਦਾ ਆਨਸਰ ਕਿੰਨਾ ਗਾ 5। ਅਤੇ ਜਦੋਂ ਅਸੀਂ ਇੱਦਾਂ ਕੱਢਿਆ ਸੀਗਾ ਸਿੱਧਾ ਜੋੜਿਆ ਸੀਗਾ ਉਦੋਂ ਵੀ ਸਾਡਾ ਆਨਸਰ ਕਿੰਨਾ ਆਇਆ ਸੀਗਾ 5 ਆਇਆ ਸੀਗਾ। ਤਾਂ ਮਤਲਬ ਜਿਹੜਾ ਐਲਸੀਐਮ ਲੈਣ ਵਾਲਾ ਟਰਮ ਆ ਨਾ, ਐਲਸੀਐਮ ਲੈਣ ਵਾਲੀ ਜਿਹੜੀ ਗੱਲ ਹੈਗੀ ਉਹ ਯੂਨੀਵਰਸਲ ਹੈਗੀ। ਉਹ ਯੂਨੀਵਰਸਲ ਹੈਗੀ। ਐਲਸੀਐਮ ਲੈ ਕੇ ਹੀ ਅਸੀਂ ਜੋੜ ਸਕਦੇ ਜਦੋਂ ਸਾਡੇ ਕੋਲ ਕਿਤੇ ਵੀ ਬਟਿਆਂ ਦੇ ਵਿੱਚ ਵੈਲਿਊ ਦਿੱਤੀ ਹੋਵੇ। ਕਲੀਅਰ ਹੋ ਗਈ ਜੀ ਗੱਲ ਇਹ? ਠੀਕ ਹੈ ਜੀ। ਇਸ ਤੋਂ ਬਾਅਦ ਅਗਲੀ ਗੱਲ ਅਸੀਂ ਇਹ ਕਰਨੀ ਹੈ ਕਿ ਜੇ ਸਬਟਰੈਕਟ ਕਰਨਾ ਗਾ, ਮਾਈਨਸ ਕਰਨਾ ਗਾ ਤੁਸੀਂ, ਤਾਂ ਮਾਈਨਸ ਵੀ ਸੇਮ ਇਸੇ ਤਰੀਕੇ ਨਾਲ ਹੋਊਗਾ। ਤਾਂ ਦੂਜਾ ਜਿਹੜਾ ਸਾਡਾ ਉਹ ਸਬਟਰੈਕਸ਼ਨ ਹੈਗੀ ਵੀ ਸਬਟਰੈਕਸ਼ਨ ਅਸੀਂ ਕਿਵੇਂ ਕਰਨੀ ਹੈਗੀ, ਸਬਟਰੈਕਸ਼ਨ ਕਰਨ ਦਾ ਤਰੀਕਾ ਕੀ ਹੈਗਾ। ਸਬਟਰੈਕਸ਼ਨ ਵੀ ਸਾਡੀ ਇੱਦਾਂ ਹੀ ਆ ਵੀ 4/3 ਦੇ ਵਿੱਚੋਂ ਜੇ ਅਸੀਂ 2/3 ਮਾਈਨਸ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਐਲਸੀਐਮ ਆਇਆ ਸਾਡਾ 3। ਬਸ ਅਸੀਂ ਧਿਆਨ ਇਹੀ ਰੱਖਣਾ ਵੀ ਜਿਹੜਾ ਸਾਈਨ ਸਾਡਾ ਵਿਚਕਾਰ ਹੈਗਾ ਇਹਨਾਂ ਦੋਨਾਂ ਟਰਮਾਂ ਦੇ, ਉਹ ਵਿਚਕਾਰ ਅਸੀਂ ਇੱਥੇ ਸਾਈਨ ਲੈਣਾ। 3 ਨੂੰ 3 ਦੇ ਨਾਲ ਅਸੀਂ ਡਿਵਾਈਡ ਕੀਤਾ ਰਾਜੇ, ਕਿੰਨਾ ਆ ਗਿਆ ਸਾਡਾ 1 ਆ ਗਿਆ। 1 ਨੂੰ 4 ਨਾਲ ਗੁਣਾ ਕਰਾਂਗੇ, ਉੱਪਰਲੇ ਨਾਲ ਕਿੰਨਾ ਆ ਗਿਆ 4 ਆ ਗਿਆ। 3 ਨੂੰ 3 ਦੇ ਨਾਲ ਡਿਵਾਈਡ ਕੀਤਾ 1 ਆ ਗਿਆ, ਉੱਪਰਲੇ ਨਾਲ ਗੁਣਾ ਕੀਤਾ 1 ਨੂੰ 2 ਦਾ ਕਿੰਨਾ ਆ ਗਿਆ ਜੀ 2 ਆ ਗਿਆ। ਤਾਂ 4 ਨੂੰ 2 ਦੇ ਵਿੱਚੋਂ ਕਹਿੰਦਾ ਮਾਈਨਸ ਕਰ ਦਿਓ, 4 ਨੂੰ 2 ਦੇ ਵਿੱਚੋਂ ਮਾਈਨਸ ਕੀਤੇ ਸਾਡੇ ਕਿੰਨਾ 2 ਆ ਗਿਆ। 2/3 ਇਹਦਾ ਆਨਸਰ ਆ ਗਿਆ। ਤਾਂ ਇੱਦਾਂ ਅਸੀਂ ਕਰ ਸਕਦੇ ਹਾਂਗੇ ਇਹਨੂੰ। ਕਲੀਅਰ ਹੋ ਗਈ ਬੱਚੇ ਗੱਲ ਇਹ? ਤਾਂ ਇਸੇ ਤਰੀਕੇ ਨਾਲ ਜੇ ਇੱਥੇ ਚਲੋ ਐਲਸੀਐਮ ਸੇਮ ਸੀਗੇ, ਆਹ ਦੋਨਾਂ ਦੇ ਸਾਡੇ ਸੇਮ ਸੀਗੇ, ਤਾਂ ਆਪਾਂ ਸਿੱਧਾ ਵੀ ਰੱਖ ਸਕਦੇ ਸੀ ਵੀ ਹੇਠਲੇ ਪਾਸੇ 3 ਤਾਂ ਕਾਮਨ ਹੈ ਨਾ ਦੋਨਾਂ ਦਾ। 4 ਦੇ ਵਿੱਚੋਂ 2 ਘਟਾਈ ਕਿੰਨਾ ਆ ਗਿਆ 2, ਤਾਂ 2/3 ਆਨਸਰ ਆ ਗਿਆ ਨਾ। ਤਾਂ ਅਗਲਾ ਚੱਲਦੇ ਆਂਗੇ। ਮੰਨ ਲਓ ਸਾਡੇ ਕੋਲ ਦਿੱਤਾ ਹੋਇਆ 7/2 ਮਾਈਨਸ 5/4 ਆਹ ਹੈਗਾ। ਤਾਂ ਸਭ ਤੋਂ ਪਹਿਲਾਂ ਤਾਂ ਲੈਣਾ ਪਊ ਇਹਦਾ ਐਲਸੀਐਮ ਤੁਸੀਂ ਆਪਣੇ ਆਪ ਕਰਕੇ ਦੇਖਣਾ ਗਾ। ਐਲਸੀਐਮ ਇਹਦਾ 8 ਲੈ ਲਓ ਚਾਹੇ 4 ਲੈ ਲਓ, ਕੋਈ ਮਰਜ਼ੀ ਲੈ ਲਓ। 4 ਲੈ ਲਿਆ ਮੈਂ। ਤਾਂ 4 ਜਦੋਂ ਐਲਸੀਐਮ ਲੈਤਾ ਸਭ ਤੋਂ ਪਹਿਲਾਂ 4 ਨੂੰ 2 ਨਾਲ ਡਿਵਾਈਡ ਕਰਨਾ ਪਊ, ਕਿੰਨਾ ਆ ਜਾਊਗਾ ਜੀ 4 ਨੂੰ 2 ਨਾਲ ਡਿਵਾਈਡ ਕੀਤਾ ਸਾਡਾ 2 ਆ ਗਿਆ। ਇਸ 2 ਨੂੰ ਉੱਪਰ ਮਲਟੀਪਲਾਈ ਕਰਨਾ ਪਊਗਾ, ਕਿੰਨਾ ਆ ਗਿਆ 14 ਆ ਗਿਆ ਮਾਈਨਸ। ਇਸ ਤੋਂ ਬਾਅਦ ਸਾਡੇ ਕੋਲ ਕੀ ਕਰਨਾ ਪਏਗਾ, 4 ਨੂੰ 4 ਨਾਲ ਅਸੀਂ ਡਿਵਾਈਡ ਕੀਤਾ 1 ਆ ਗਿਆ, ਉੱਪਰਲੇ ਪਾਸੇ 5 ਆ ਗਿਆ। ਤਾਂ 11/4 ਇਹ ਸਾਡਾ ਆਨਸਰ ਹੈਗਾ। 11/4 ਸਾਡਾ ਆਨਸਰ ਹੈ। ਜੇ ਬਾਈ ਚਾਂਸ ਕਿਤੇ ਪੁੱਠਾ ਪਿਆ ਹੋਵੇ, ਇਹ ਦੂਜਾ ਕੁਐਸਚਨ ਸੀਗਾ। ਤੀਜਾ ਕੁਐਸਚਨ ਹੈਗਾ ਆਹੀ, ਜੇ ਅਗਲੇ ਪਾਸੇ 5/4 ਹੇਠ ਅਗਲੇ ਪਾਸੇ ਹੁੰਦਾ ਅਤੇ 7/2 ਪਿੱਛੇ ਹੁੰਦਾ, ਤਾਂ ਫਿਰ ਕੀ ਕਰਨਾ ਸੀਗਾ। ਐਲਸੀਐਮ ਤਾਂ ਉਹੀ 4 ਹੀ ਆਉਣਾ ਸੀਗਾ। ਤਾਂ ਪਹਿਲਾਂ ਅਗਲੇ ਪਾਸੇ ਕੀ ਆਉਣਾ ਸੀਗਾ 5, ਪਿਛਲੇ ਪਾਸੇ ਇਹਦੇ ਪਿੱਛੇ ਕੀ ਆਉਣਾ ਸੀਗਾ 2 ਦਾ 2 ਨਾਲ ਕਰਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ 2 ਆ ਜਾਊਗਾ ਨਾ, ਅਤੇ ਪਿੱਛੇ ਆਉਣਾ ਸੀ 14। ਹੁਣ 5 ਦੇ ਵਿੱਚੋਂ 14 ਮਾਈਨਸ ਨਹੀਂ ਹੋ ਸਕਦੇ। 14 ਦੇ ਵਿੱਚੋਂ 5 ਮਾਈਨਸ ਤਾਂ ਹੋ ਸਕਦੇ ਸੀ ਨਾ, ਬਟ 5 ਦੇ ਵਿੱਚੋਂ 14 ਮਾਈਨਸ ਨਹੀਂ ਹੋ ਸਕਦਾ। ਤਾਂ ਜਿਹੜਾ ਮਾਈਨਸ ਹੈਗਾ ਜਿਹਦੇ ਮੂਹਰੇ ਹੈਗਾ 14 ਵੱਡਾ ਹੈਗਾ, ਤਾਂ 14 ਦੇ ਵਿੱਚੋਂ 5 ਮਾਈਨਸ ਕੀਤੇ ਸਾਡਾ 9 ਆਊਗਾ ਨਾ। ਤਾਂ ਅਸੀਂ 14 ਦੇ ਵਿੱਚੋਂ 5 ਘਟਾ ਲੈਣਾ, 9 ਆਇਆ ਨਾ, ਤਾਂ ਮਾਈਨਸ ਦਾ 9 ਲਿਖ ਲੈਣਾ ਅਤੇ ਥੱਲੇ 4 ਲਿਖਣਾ। ਤਾਂ -9/4 ਆਨਸਰ ਆਊਗਾ ਇਹਦਾ ਜੀ। ਕਲੀਅਰ ਹੋ ਗਈ ਰਾਜੀ ਗੱਲ ਇਹ? -9/4 ਹੈਗਾ।
ਜੇ ਪਿਛਲੇ ਪਾਸੇ ਇੱਥੇ ਮਾਈਨਸ ਸਾਡਾ ਕਿਸੇ ਵੱਡੀ ਰਕਮ ਦੇ ਅਗਲੇ ਪਾਸੇ ਆ ਜਾਂਦਾ ਹੈਗਾ, ਵੱਡੀ ਜਿਹੜੀ ਛੋਟੀ ਰਕਮ ਹੁੰਦੀ ਉੱਥੇ ਪਲੱਸ ਹੁੰਦਾ ਹੈਗਾ, ਤਾਂ ਹਮੇਸ਼ਾ ਇਹ ਅਗਲੇ ਪਾਸੇ ਮਾਈਨਸ ਆ ਜਾਂਦਾ, ਤਾਂ -9/4 ਸਾਡਾ ਆਨਸਰ ਹੈ ਜੀ। ਕਲੀਅਰ ਹੋ ਗਈ ਜੀ ਗੱਲ ਇਹ। ਪਲੱਸ ਮਾਈਨਸ ਦੇਖਣ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਟੌਪਿਕ ਆਉਂਦਾ ਹੈਗਾ ਉਹ ਟੈਕਸ, ਤਾਂ ਜੋੜ ਤੇ ਘਟਾਓ ਦੇਖਣ ਤੋਂ ਬਾਅਦ ਐਡੀਸ਼ਨ ਤੇ ਸਬਟਰੈਕਸ਼ਨ ਦੇਖਣ ਤੋਂ ਬਾਅਦ ਸਿੱਖਣ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਟੌਪਿਕ ਹੈਗਾ ਉਹ ਹੈਗਾ ਗਾ ਮਲਟੀਪਲੀਕੇਸ਼ਨ। ਮਲਟੀਪਲੀਕੇਸ਼ਨ ਵੀ ਅਸੀਂ ਗੁਣਾ ਕਿੱਦਾਂ ਕਰਨੀ ਆ। ਬੇਸ਼ੱਕ ਤੁਹਾਨੂੰ ਸਿੰਗਲ ਜਿਹੜੇ ਇੰਟੀਜਰ ਨੇ ਇਹਨਾਂ ਨੂੰ ਗੁਣਾ ਕਰਨਾ ਆਉਂਦਾ ਹੋਏਗਾ ਵੀ ਕਿੱਦਾਂ ਗੁਣਾ ਹੁੰਦੇ ਹੈਗੇ। ਅਸੀਂ ਅੱਜ ਦੋ ਚੀਜ਼ਾਂ ਸਿੱਖਾਂਗੇ, ਇੱਕ ਤਾਂ ਜਿਹੜੀ ਫਰੈਕਸ਼ਨ ਵੈਲਿਊ ਹੁੰਦੀ ਹੈਗੀ, ਫਰੈਕਸ਼ਨ ਵੈਲਿਊ ਨੂੰ ਮਲਟੀਪਲਾਈ ਕਿੱਦਾਂ ਕਰਨਾ ਗਾ, ਅਤੇ ਜਿਹੜੀ ਵਟਿਆਂ ਦੇ ਵਿੱਚ ਵੈਲਿਊ ਹੁੰਦੀ ਆ ਉਹਨੂੰ ਅਸੀਂ ਮਲਟੀਪਲਾਈ ਕਿੱਦਾਂ ਕਰਨਾ। ਡੈਸੀਮਲ ਦੇ ਵਿੱਚ ਜਿਹੜੀ ਸਾਡੀ ਡੈਸੀਮਲ ਦੇ ਵਿੱਚ ਹੁੰਦੀ ਹੈਗੀ, ਜਿਹਨੂੰ ਅਸੀਂ ਪੁਆਇੰਟਾਂ ਦੇ ਵਿੱਚ ਕਹਿੰਦੇ ਆਂਗੇ, ਡੈਸੀਮਲ ਨੰਬਰ ਨੂੰ ਅਸੀਂ ਕਿੱਦਾਂ ਮਲਟੀਪਲਾਈ ਕਰਨਾ। ਤਾਂ ਪਹਿਲੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗੀ ਜੀ, ਮੈਂ ਤੁਹਾਨੂੰ ਇੱਥੇ ਦੱਸਣ ਲੱਗਿਆ। ਸਪੋਜ਼ ਕਰੋ 4/3 ਨੂੰ ਮਲਟੀਪਲਾਈ ਕਰਨਾ ਹੋਵੇ ਤੁਸੀਂ 6/2 ਦੇ ਨਾਲ, ਇਹਨੂੰ ਮਲਟੀਪਲਾਈ ਕਰਨਾ ਹੋਵੇ ਤਾਂ ਹਮੇਸ਼ਾ ਕੀ ਹੁੰਦਾ ਹੈਗਾ, ਇਹਦੇ ਵਿੱਚ ਤੁਹਾਨੂੰ ਐਲਸੀਐਮ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਜੀ। ਵੈਸੇ ਤਾਂ ਇਹ ਡਾਇਰੈਕਟ ਜਦੋਂ ਕਦੇ ਮਲਟੀਪਲਾਈ ਹੋਵੇ ਦੋ ਰਕਮਾਂ ਦੇ ਵਿੱਚ, ਤਾਂ ਇਹ ਡਾਇਰੈਕਟ ਆਪਸ ਦੇ ਵਿੱਚ ਜਿਹੜੇ ਸਾਡੇ ਅੰਕ ਨੇਗੇ, ਉੱਪਰਲੇ ਅੱਖਰ ਨੇਗੇ, ਉੱਪਰਲੇ ਅੱਖਰ ਨਾਲ ਮਲਟੀਪਲਾਈ ਹੋ ਜਾਂਦੇ ਹੁੰਦੇ ਹੈਗੇ, ਅਤੇ ਜਿਹੜੇ ਨੀਚੇ ਵਾਲੇ ਹੁੰਦੇ ਹੈਗੇ ਨੀਚੇ ਵਾਲੇ ਅੱਖਰਾਂ ਨਾਲ ਮਲਟੀਪਲਾਈ ਹੋ ਜਾਂਦੇ ਹੁੰਦੇ ਆ। ਤਾਂ ਇਹਨੂੰ 6 ਨੂੰ 4 ਨਾਲ ਕਰਾਂਗੇ, 6 ਚੌਕਾ 24 ਆ ਜਾਏਗਾ ਜੀ, ਨੀਚੇ ਜਿਹੜਾ 3 ਦੂਣੀ 6 ਆ ਜਾਏਗਾ। ਹੁਣ ਸਾਨੂੰ ਪਤਾ ਗਾ ਵੀ ਇਹਨੂੰ 6 ਨੂੰ ਅੱਗੇ ਕਿੰਨੇ ਨਾਲ 6 ਦਾ ਜੇ ਆਪਾਂ ਟੇਬਲ ਦੇਖਾਂਗੇ ਤਾਂ 6 ਚੌਕਾ 24 ਹੁੰਦਾ ਗਾ, ਤਾਂ ਸਾਡਾ ਆਨਸਰ ਇੱਥੇ 4 ਆਵੇਗਾ। ਇੱਕ ਗੱਲ ਹੋਰ ਕਰ ਸਕਦੇ ਆਂਗੇ ਆਪਾਂ, ਉਹ ਇਹ ਕਰ ਸਕਦੇ ਹਾਂ ਵੀ ਸਾਡੇ ਕੋਲ ਸਪੋਜ਼ ਕਰੋ 4/3 ਇੱਥੇ ਸੀਗਾ ਅਤੇ ਇੱਥੇ ਸੀਗਾ 6/2। ਇਹਨੂੰ ਅਸੀਂ ਜਿਹੜੇ ਨੀਚੇ ਭਾਜਕ ਜਿਹੜੇ ਤੁਹਾਡੇ ਪਏ ਆ, ਜਿਹੜੇ ਸਾਡੇ ਡਿਨੋਮੀਨੇਟਰ ਪਏ ਹੈਗੇ, ਇਹਨਾਂ ਨੂੰ ਅਸੀਂ ਦੇਖ ਸਕਦੇ ਹਾਂ ਕਿ ਵੀ ਕੀ ਇਹ, ਆਪਾਂ ਹੁਣ ਤੱਕ ਤਾਂ ਇਹੀ ਕਹਿੰਦੇ ਸੀਗੇ ਕਿ 6/2 ਨੂੰ ਆਪਾਂ ਉੱਪਰਲੇ ਨਾਲ ਕੱਟ ਕੇ ਇੱਥੇ 3 ਲਿਖ ਸਕਦੇ ਹਾਂ। ਯਾਦ ਰੱਖਣਾ, ਜੇ ਦੋਨੇ ਰਕਮਾਂ ਦੇ ਵਿੱਚ ਮਲਟੀਪਲਾਈ ਪਿਆ ਹੋਵੇ ਤਾਂ ਇਸ 2 ਨੂੰ ਇਸ 4 ਦੇ ਨਾਲ ਵੀ ਕੱਟਿਆ ਜਾ ਸਕਦਾ, ਅਤੇ ਇੱਥੇ ਸਾਡਾ ਕਿੰਨਾ ਆ ਜਾਏਗਾ, 2 ਆ ਜਾਏਗਾ। ਅਤੇ ਇੱਧਰਲੇ 3 ਨੂੰ ਇਸ 6 ਦੇ ਨਾਲ ਵੀ ਕੱਟਿਆ ਜਾ ਸਕਦਾ, ਇੱਥੇ ਕਿੰਨਾ ਆਵੇਗਾ, 2 ਆਵੇਗਾ। ਤਾਂ ਟੋਟਲ ਸਾਡਾ ਆਨਸਰ ਕਿੰਨਾ ਆਵੇਗਾ, 4 ਆਵੇਗਾ। ਪਰ ਜੇ ਪਲੱਸ ਦੇ ਵਿੱਚ ਪਏ ਹੁੰਦੇ, ਪਲੱਸ ਦੇ ਵਿੱਚ ਹਰਗਿਜ਼ ਹੀ ਇਹਦੇ ਵਿੱਚ ਜਿਹੜਾ ਆਪਣਾ ਇਹਦੇ ਨਾਲ ਨਹੀਂ ਕੱਟਿਆ ਜਾਂਦਾ ਹੁੰਦਾ। ਪਲੱਸ ਦੇ ਵਿੱਚ ਧਿਆਨ ਰੱਖਣਾ, ਪਲੱਸ ਜਾਂ ਮਾਈਨਸ ਦੇ ਵਿੱਚ ਕਦੇ ਵੀ ਇੱਕ ਰਕਮ ਆ ਜਿਹੜੀ ਉਹ ਦੂਜੀ ਰਕਮ ਦੇ ਉੱਪਰਲੇ ਨਾਲ ਕੱਟੇ, ਜਿਹੜੀ ਹੇਠ ਇੱਕ ਰਕਮ ਦਾ ਜਿਹੜਾ ਡਿਨੋਮੀਨੇਟਰ ਹੈਗਾ, ਜਿਹੜਾ ਇੱਕ ਰਕਮ ਦਾ ਡਿਨੋਮੀਨੇਟਰ ਹੈਗਾ, ਉਹ ਨਾਲ ਪਈ ਕਿਸੇ ਰਕਮ ਦੇ ਨਿਓਮੀਨੇਟਰ ਦੇ ਨਾਲ ਨਹੀਂ ਕੱਟੀ ਜਾ ਸਕਦੀ। ਪਲੱਸ ਵੇਲੇ ਨਹੀਂ ਇਹ ਕੰਮ ਹੋ ਸਕਦਾ। ਇਹ ਕੰਮ ਸਿਰਫ ਕਦੋਂ ਹੋ ਸਕਦਾ, ਜਦੋਂ ਤੁਹਾਡੇ ਵਿੱਚ ਮਲਟੀਪਲਾਈ ਹੋਵੇ। ਠੀਕ ਹੈ ਜੀ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਲੈ ਕੇ ਦਿਖਾ ਦਿੰਦਾ। ਸਪੋਜ਼ ਕਰੋ ਤੁਹਾਡੇ ਕੋਲ ਹੈਗਾ 10/4 ਗੁਣਾ 8/5। ਤਾਂ ਇੱਥੇ ਵੀ ਸਾਡੇ ਕੋਲ ਕੀ ਹੋਵੇਗਾ, ਇੱਥੇ ਵੀ ਸਾਡੇ ਕੋਲ ਕੀ ਹੋਵੇਗਾ ਬੱਚੇ, ਦੇਖੋ 5 ਆ ਜਿਹੜਾ ਇਹਦੇ ਨਾਲ ਕੱਟਿਆ ਜਾ ਸਕਦਾ ਨਾ ਸਿੱਧਾ, ਇੱਥੇ 2 ਆ ਜਾਏਗਾ, ਇੱਥੇ ਸਾਡਾ ਆ ਜਾਏਗਾ 2, ਕਿੰਨਾ ਆ ਗਿਆ ਸਾਡਾ, 4 ਆ ਗਿਆ ਆਨਸਰ। ਤਾਂ ਇਸ ਤਰੀਕੇ ਨਾਲ ਮਲਟੀਪਲਾਈ ਦੇ ਵਿੱਚ ਅਸੀਂ ਇਹ ਚੀਜ਼ ਕਰ ਸਕਦੇ ਹਾਂਗੇ ਕਿ ਅਸੀਂ ਇੱਕ ਰਕਮ ਦੇ ਵਿੱਚ ਜਿਹੜਾ ਸਾਡਾ ਡਿਵਾਈਡਰ ਹੈਗਾ, ਉਹਨੂੰ ਅਸੀਂ ਕਿਸੇ ਹੋਰ ਰਕਮ ਦੇ ਉੱਪਰਲੇ ਪਾਸੇ ਜਿਹੜਾ ਸਾਡਾ ਅੰਕ ਪਿਆ ਹੈਗਾ ਉਹਦੇ ਨਾਲ ਅਸੀਂ ਕੱਟ ਸਕਦੇ ਹਾਂ। ਸਿਰਫ ਇਹ ਕਾਹਦੇ ਵਿੱਚ ਹੁੰਦਾ ਹੈਗਾ, ਮਲਟੀਪਲਾਈ ਦੇ ਵਿੱਚ। ਹੁਣ ਇਸ ਤੋਂ ਬਾਅਦ ਤੁਹਾਨੂੰ ਮੈਂ ਸਿਖਾਉਣਾ ਗਾ ਜੀ ਡੈਸੀਮਲ। ਡੈਸੀਮਲ ਨੰਬਰ ਕਿਹੜੇ ਹੁੰਦੇ ਹੈਗੇ। ਡੈਸੀਮਲ ਨੰਬਰ ਅਸੀਂ ਕਹਿੰਦੇ ਹੈਗੇ, ਜਿਵੇਂ ਸਪੋਜ਼ ਕਰੋ ਤੁਹਾਡੇ ਕੋਲੇ ਇਹ ਤਾਂ ਬਟਿਆਂ ਦੇ ਵਿੱਚ ਸੀਗਾ, ਹੈ ਨਾ। ਡੈਸੀਮਲ ਨੰਬਰ ਹੁੰਦਾ ਗਾ, ਜਿਵੇਂ ਸਪੋਜ਼ ਕਰੋ ਅਸੀਂ ਕਹੀਏ ਵੀ 3.4 ਆ ਜਿਹੜਾ, ਇਹਨੂੰ ਮਲਟੀਪਲਾਈ ਕਰਨਾ ਗਾ 2.1 ਨਾਲ। ਜਦੋਂ ਇਹ ਪੁਆਇੰਟ ਆ ਜਾਣਾ ਉਦੋਂ ਕੀ ਕਰੀਦਾ ਹੁੰਦਾ, ਇਹਨੂੰ ਕਿੱਦਾਂ ਮਲਟੀਪਲਾਈ ਕਰੀਦਾ ਹੁੰਦਾ। ਤਾਂ ਸਭ ਤੋਂ ਪਹਿਲਾ ਕੰਮ ਤਾਂ ਤੁਸੀਂ ਇਹੀ ਕਰਨਾ ਗਾ ਕਿ ਜਦੋਂ ਇਹ ਪੁਆਇੰਟ ਨੇਗੇ, ਤੁਸੀਂ ਭੁੱਲ ਜਾਓ ਵੀ ਇਹ ਪੁਆਇੰਟ ਆ, ਤੁਸੀਂ ਲਿਖੋ ਇਹਨੂੰ ਇਹ 34 ਹੈਗਾ, ਇਹ ਤੁਹਾਡਾ ਹੈਗਾ 21। ਤੁਸੀਂ ਸਿੰਪਲ 34 ਨੂੰ 21 ਦੇ ਨਾਲ ਮਲਟੀਪਲਾਈ ਕਰੋ। ਜੇ ਤੁਸੀਂ 34 ਨੂੰ 21 ਨਾਲ ਮਲਟੀਪਲਾਈ ਕਰੋਗੇ ਤੁਹਾਡਾ 4 3 8 6 ਕਿੰਨਾ ਆ ਗਿਆ ਤੁਹਾਡਾ, 4 1 7। ਇਹ ਬਣਿਆ ਤੁਹਾਡਾ 714 ਬਣਿਆ ਨਾ। ਹੁਣ ਤੁਸੀਂ ਕੀ ਕਰਨਾ, ਇੱਧਰਲੇ ਪਾਸਿਓਂ ਸੱਜੇ ਪਾਸਿਓਂ ਤੁਸੀਂ ਇੱਧਰ ਨੂੰ ਦੇਖਣਾ ਵੀ ਕਿੰਨੇ ਪੁਆਇੰਟ ਛੱਡ ਕੇ, ਕਿੰਨੇ ਅੱਖਰ ਛੱਡ ਕੇ ਤੁਹਾਡਾ ਪੁਆਇੰਟ ਲੱਗਿਆ। ਕਿੰਨੇ ਅੱਖਰ ਛੱਡ ਕੇ ਪੁਆਇੰਟ ਲੱਗਿਆ, 1। ਅਤੇ ਇਹ ਰਕਮ ਦੇ ਵਿੱਚ ਕਿੰਨੇ ਪੁਆਇੰਟ ਛੱਡ ਕੇ ਇੱਕ ਅੱਖਰ ਲੱਗਿਆ ਗਾ, ਤੁਹਾਡਾ ਜਿਹੜਾ ਪੁਆਇੰਟ ਲੱਗਿਆ ਕਿੰਨੇ ਅੱਖਰ ਛੱਡ ਕੇ ਲੱਗਿਆ, 1। ਅਤੇ 1 ਇਹਦੇ ਵਿੱਚ ਲੱਗਿਆ 1, ਇਹਦਾ ਮਤਲਬ 2 ਅੱਖਰ ਛੱਡ ਕੇ। ਹੁਣ ਜਿਹੜਾ ਸਾਡਾ ਆਨਸਰ ਆਏਗਾ, ਆਨਸਰ ਦੇ ਵਿੱਚ ਅਸੀਂ 2 ਅੱਖਰ ਛੱਡ ਕੇ 1 2 ਇੱਥੇ ਲਗਾ ਦਾਂਗੇ ਪੁਆਇੰਟ, ਅਤੇ ਸਾਡਾ ਜਿਹੜਾ ਆਨਸਰ ਹੈਗਾ ਉਹ ਆ ਜਾਏਗਾ ਆਹ। ਇੱਥੇ ਪੁਆਇੰਟ ਨਹੀਂ ਲੱਗੇਗਾ, ਸਾਡਾ 7.14 ਆ ਜਾਏਗਾ ਸਾਡਾ ਆਨਸਰ। ਗੱਲ ਪਤਾ ਲੱਗ ਗਈ ਜੀ। ਅਸੀਂ ਕੀ ਕਰਨਾ, ਜਦੋਂ ਵੀ ਕਦੇ ਪੁਆਇੰਟ ਲੱਗੇ ਹੋਏ ਹੈਗੇ, ਇੱਕ ਕੁਐਸਚਨ ਹੋਰ ਕਰਵਾ ਦਿੰਦਾ ਗਾ ਮੈਂ ਤੁਹਾਨੂੰ, ਦੱਸ ਦਿੰਦਾ। ਸਭ ਤੋਂ ਪਹਿਲਾਂ ਅਸੀਂ ਕਰਨਾ, ਇਹ ਪੁਆਇੰਟਰ ਨੂੰ ਭੁੱਲ ਜਾਣਾ ਵੀ ਇਹ ਲੱਗੇ ਹੋਏ ਵੀ ਹੈਗੇ ਨੇਗੇ, ਇਹਨਾਂ ਨੂੰ ਭੁੱਲ ਜਾਓ। ਅਸੀਂ ਆਪਦੇ ਵੱਲੋਂ ਸਿੰਪਲ ਮਲਟੀਪਲਾਈ ਕਰ ਲਓ।
ਉਸ ਤੋਂ ਬਾਅਦ ਗਿਣ ਲਓ ਵੀ ਕੁੱਲ ਕਿੰਨੇ ਪੁਆਇੰਟ ਬਣਦੇ ਪਏ ਸੀਗੇ ਤੁਹਾਡੇ। ਤਾਂ ਉਹ ਤੁਸੀਂ ਇੱਥੇ ਮਲਟੀਪਲਾਈ ਜਦੋਂ ਐਂਡ ਦੇ ਵਿੱਚ ਜਿਹੜਾ ਆਨਸਰ ਆਊਗਾ ਜਿੰਨੇ ਪੁਆਇੰਟ ਬਣਦੇ ਆ ਉਹਨੇ ਅੱਖਰ ਛੱਡ ਕੇ ਇੱਧਰਲੇ ਪਾਸਿਓਂ ਸੱਜੇ ਪਾਸਿਓਂ ਸਟਾਰਟ ਕਰਨਾ ਜੀ ਇਹ। ਤਾਂ ਉੱਥੇ ਲਗਾ ਸਪੋਜ਼ ਕਰੋ ਸਾਡੇ ਕੋਲ ਹੈਗਾ 1.44 ਮਲਟੀਪਲਾਈ ਕਰ ਰਹੇ ਹਾਂ 1.21 ਨਾਲ। ਤਾਂ ਪਹਿਲਾਂ ਤੁਸੀਂ ਕੀ ਕਰਨਾ ਗਾ, ਅਸੀਂ ਪੁਆਇੰਟਾਂ ਨੂੰ ਭੁੱਲ ਜਾਣਾ ਗਾ, ਹੈ ਨਾ। ਇਹਨੂੰ ਚਲੋ ਇਹਨੂੰ ਇੱਕ ਘਟਾ ਲਓ, ਇਹਦਾ ਪੁਆਇੰਟ ਘਟਾ ਲੈਂਦੇ ਆਪਾਂ। ਇਹਦਾ ਹੈਗਾ 12.1 ਇੱਥੇ ਲੱਗਿਆ ਹੋਇਆ ਹੈਗਾ। ਇਹਦਾ ਜਿਹੜਾ ਲੱਗਿਆ ਹੋਇਆ 12.1, ਜਿਹੜੀ ਦੂਜੀ ਰਕਮ ਜਿਹੜੀ ਸਾਡੀ ਉਹ ਹੈਗੀ 12.1। ਤਾਂ ਇਹਨੂੰ ਆਪਾਂ ਕਿੰਨਾ ਮੰਨਾਂਗੇ, ਇਹ ਕੁਐਸਚਨ ਨੰਬਰ ਨੈਕਸਟ ਹੈਗਾ। ਇਹਨੂੰ ਕਿਸੇ ਕਿੰਨਾ ਮੰਨਾਂਗੇ ਵੀ ਅਸੀਂ ਕਿੰਨੇ ਨੂੰ 144 ਨੂੰ ਮਲਟੀਪਲਾਈ ਕਰ ਰਹੇ ਹਾਂ 121 ਨਾਲ। ਤਾਂ ਦੇਖ ਰਹੇ ਨੇ ਜੀ 144 ਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ 44 ਗੁਣਾ 121 17424 ਆਊਗਾ। 144 ਗੁਣਾ 121 ਨੂੰ ਜਦੋਂ ਮਲਟੀਪਲਾਈ ਕੀਤਾ ਜਾਏਗਾ ਸਾਡਾ 17424 17424 ਆ ਗਿਆ। ਹੁਣ ਅਸੀਂ ਕਰਨਾ ਕੀ ਆ, ਇਹ ਜਿਹੜਾ ਅੱਖਰ ਸੀਗੇ, ਜਿਹੜੀ ਰਕਮ ਸੀਗੀ, ਇੱਕ ਪੁਆਇੰਟ ਛੱਡ ਕੇ ਇੱਕ ਅੱਖਰ ਸੀਗਾ ਨਾ ਸਾਡਾ, ਇੱਕ ਅੱਖਰ, ਇਹਦੇ ਵਿੱਚ ਕਿੰਨੇ ਅੱਖਰ ਸੀ, 2 ਅੱਖਰ ਸੀਗੇ। ਤਾਂ ਸੱਜੇ ਪਾਸੇ ਸਾਡੇ ਕਿੰਨੇ ਅੱਖਰ ਨੇਗੇ, ਕੁੱਲ ਕਿੰਨੇ ਅੱਖਰ ਬਣ ਗਏ, 3। ਤਾਂ ਸੱਜੇ ਪਾਸੇ 3 ਅੱਖਰ ਛੱਡ ਕੇ 1 2 2 ਤੋਂ ਅੱਗੇ ਇੱਥੇ ਸਾਡਾ ਆਨਸਰ ਆਊਗਾ ਜਿਹੜਾ ਸਾਡਾ 17.424 ਆਨਸਰ। ਇਹ ਮਲਟੀਪਲੀਕੇਸ਼ਨ ਹੈ ਸਾਡੀ। ਡੈਸੀਮਲ ਜਿਹੜੇ ਹੁੰਦੇ ਹੈਗੇ ਸਾਡੇ ਪੁਆਇੰਟਾਂ ਦੇ ਵਿੱਚ ਅਸੀਂ ਇੱਦਾਂ ਮਲਟੀਪਲਾਈ ਕਰਦੇ ਹਾਂ। ਚਲੋ ਨੈਕਸਟ ਆ ਜਾਓ। ਅੱਛਾ ਜੇ ਇੱਦਾਂ ਹੋਵੇ ਵੀ ਤੁਹਾਡੇ ਕੋਲ ਲਿਖਿਆ ਹੋਇਆ ਹੈਗਾ ਇੱਥੇ 32.3 ਗੁਣਾ 10, 32.3 ਗੁਣਾ 10। ਇਹਦੇ ਵਿੱਚ ਹਮੇਸ਼ਾ ਕੀ ਕਰੀਦਾ ਹੁੰਦਾ, ਦੇਖੋ ਸਾਨੂੰ ਪਤਾ ਨਾ ਵੀ ਇਹਦੇ ਵਿੱਚ ਕੀ ਹੋਊਗਾ। ਜੇ ਰਾਜੇ 1 0 ਆ ਗਈ ਤਾਂ ਇਸ ਪੁਆਇੰਟ ਨੂੰ ਅਸੀਂ 1 0 ਇੱਧਰਲੇ ਪਾਸੇ ਆਪਾਂ ਖਿਸਕਾ ਸਕਦੇ ਹੁੰਦੇ ਹਾਂ। ਚਾਹੇ ਤੁਸੀਂ ਇੱਦਾਂ ਕਹਿ ਲਓ, ਚਾਹੇ ਇੱਦਾਂ ਕਹਿ ਲਓ, ਵੀ ਪੁਆਇੰਟ ਭੁੱਲ ਜਾਓ ਬੱਚੇ ਵੀ ਇੱਥੇ ਲੱਗਿਆ। ਤੁਹਾਡਾ ਹੈਗਾ ਆਨਸਰ ਹੈਗਾ, ਤੁਹਾਡਾ ਕੁਐਸਚਨ ਹੈਗਾ ਤੁਹਾਡਾ 332.3 ਗੁਣਾ 10 ਹੈਗਾ। ਤੁਸੀਂ ਭੁੱਲ ਜਾਓ ਵੀ ਇੱਥੇ ਪੁਆਇੰਟ ਲੱਗਿਆ ਹੋਇਆ। ਤੁਸੀਂ ਕੱਲ ਮੰਨੋ ਇੱਥੇ 323 ਗੁਣਾ 10 ਲਿਖਿਆ ਹੋਇਆ। ਜਦੋਂ ਆਪਾਂ 10 ਨਾਲ ਗੁਣਾ ਕਰਦੇ 1 0 ਦੇ ਪਿੱਛੇ ਲੱਗ ਜਾਓ, ਸਾਡਾ ਆਨਸਰ ਕਿੰਨਾ ਆਊਗਾ, 323 ਦੇ ਪਿਛਲੇ ਪਾਸੇ 1 0। ਤਾਂ ਹੁਣ ਪੁਆਇੰਟ ਕਿੰਨੇ ਅੱਖਰ ਛੱਡ ਕੇ ਲਾਉਣਾ ਗਾ, ਸੱਜੇ ਪਾਸੇ ਤੋਂ 1 ਅੱਖਰ, ਤਾਂ 1 ਅੱਖਰ ਕਿਹੜਾ ਹੈ, 0। ਤਾਂ ਪੁਆਇੰਟ ਤੋਂ ਬਾਹਰ ਇੱਧਰਲੇ ਪਾਸੇ ਕਿੰਨੇ ਮਰਜ਼ੀ 0 ਪਈਆਂ ਹੁਣ, ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ। ਪੁਆਇੰਟ ਤੋਂ ਸੱਜੇ ਪਾਸੇ 0 ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ, ਠੀਕ ਹੈ ਜੀ। ਜਿਵੇਂ 4.0 ਦਾ ਜਿਹੜਾ ਮੁੱਲ ਆ ਉਹੀ 4 ਦਾ ਮੁੱਲ ਆ, ਇੱਕੋ ਹੀ ਗੱਲ ਹੈਗੀ ਇਹ ਦੋਨਾਂ ਦੀ। ਤਾਂ ਕਲੀਅਰ ਹੋ ਗਈ, ਮਲਟੀਪਲੀਕੇਸ਼ਨ ਕਲੀਅਰ ਹੋ ਗਈ ਬੱਚੇ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਡਿਵੀਜ਼ਨ ਦੀ। ਉਸ ਤੋਂ ਗੱਲ ਆਉਂਦੀ ਹੈਗੀ ਭਾਗ ਕਿਵੇਂ ਕਰਨਾ ਗਾ ਅਸੀਂ, ਜਿਹਨੂੰ ਡਿਵੀਜ਼ਨ ਕਹਿੰਦੇ ਹੈਗੇ। ਥੋੜ੍ਹਾ ਜਿਹਾ ਫੈਮਲੀਅਰ ਹੋ ਜਾਓ ਵੀ ਇੰਗਲਿਸ਼ ਦੇ ਵਿੱਚ ਆਪਾਂ ਕਿਹੜੀ ਚੀਜ਼ ਨੂੰ ਕੀ ਕਹਿੰਦੇ ਹੈਗੇ, ਤੁਹਾਨੂੰ ਸੌਖਾ ਹੋ ਜਾਏਗਾ ਬੱਚੇ ਬੁੱਕਸ ਨੂੰ ਪੜ੍ਹਨਾ। ਤਾਂ ਡਿਵੀਜ਼ਨ ਦੇ ਵਿੱਚ ਕੀ ਹੁੰਦਾ, ਸਪੋਜ਼ ਕਰੋ ਤੁਹਾਡੇ ਕੋਲ ਲਿਖਿਆ ਹੋਇਆ ਹੈਗਾ ਇੱਥੇ ਵੀ 32/6 ਲਿਖਿਆ ਹੋਇਆ। ਤਾਂ 32/6 ਨੂੰ ਪਹਿਲਾਂ ਤਾਂ ਆਪਾਂ ਸਿੰਪਲੀਫਾਈ ਕਰ ਲਾਂਗੇ ਵੀ ਜਿੰਨਾ ਕੱਟ ਕਟਾ ਕੇ ਆਉਂਦਾ ਉਹਨਾਂ ਕੱਟ ਲਓ ਆਪਾਂ। ਇਹ ਹੇਠਾਂ ਆ ਗਿਆ 3, ਇੱਥੇ ਆ ਗਿਆ ਤੁਹਾਡਾ 32 ਦਾ ਅੱਧ ਕਿੰਨਾ ਆਉਂਦਾ ਜੀ, 16। ਹੁਣ ਅੱਗੇ ਤਾਂ ਇਹ ਕੱਟਦਾ ਨਹੀਂ ਹੈਗਾ। ਹੁਣ ਅੱਗੇ ਕੀ ਕਰਾਂਗੇ ਅਸੀਂ, ਜਿਹੜਾ ਤਾਂ ਹੇਠਾਂ ਵਾਲਾ ਹੁੰਦਾ ਹੈਗਾ ਬੱਚੇ ਭਾਜਕ, ਜਿਹੜਾ ਤਾਂ ਹੁੰਦਾ ਡਿਨੋਮੀਨੇਟਰ, ਉਹਨੂੰ ਤਾਂ ਆਪਾਂ ਬਾਹਰ ਰੱਖਦੇ ਹੁੰਦੇ ਹਾਂ। ਅਤੇ ਜਿਹੜਾ ਉੱਪਰ ਵਾਲਾ ਹੁੰਦਾ ਇਹਨੂੰ 16 ਅਸੀਂ ਅੰਦਰ ਰੱਖਾਂਗੇ। ਤਾਂ ਇਸ ਤੋਂ ਅਸੀਂ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ 3 ਨੂੰ ਅਸੀਂ ਕਿੰਨੇ 'ਤੇ ਕਰੀਏ ਵੀ ਸਾਡਾ 16 ਨੇੜੇ ਤੇੜੇ ਜਾਵੇ, ਅਸੀਂ 5 'ਤੇ ਕਰਾਂਗੇ। ਤਾਂ 5 ਤੀਏ 15 ਹੁੰਦਾ ਨਾ ਸਾਡਾ। ਤਾਂ ਇਹਦੇ ਵਿੱਚ ਕਿੰਨਾ ਰਹਿ ਗਿਆ, 1 ਰਹਿ ਗਿਆ। ਹੁਣ 3 ਕਿੰਨੇ 'ਤੇ, 3 ਵੱਡਾ ਹੈਗਾ, 1 ਸਾਡਾ ਛੋਟਾ ਹੈਗਾ। ਤਾਂ ਇਹਨੂੰ ਵੱਡਾ ਬਣਾਉਣਾ ਪਊਗਾ, ਤਾਂ ਹੀ ਇਹਦੇ ਨਾਲ ਅੱਗੇ ਆਪਾਂ ਜਾਵਾਂਗੇ ਨਾ। ਤਾਂ ਇੱਥੇ ਪੁਆਇੰਟ ਲਗਾ ਕੇ ਇੱਥੇ 1 0 ਲੱਗ ਜਾਂਦੀ ਹੁੰਦੀ ਹੈਗੀ ਜਦੋਂ ਸਾਡੇ ਕੋਲ ਜਿਹੜਾ ਆਹ ਰਿਮਾਈਂਡਰ ਹੁੰਦਾ ਗਾ, ਰਿਮਾਈਂਡਰ ਹੁੰਦਾ ਜਿਹੜਾ ਸਾਡਾ, ਜਾਂ ਫਿਰ ਇਹਨੂੰ ਕਹਿ ਲਓ ਜਿਹੜਾ ਸ਼ੇਸ਼ ਹੁੰਦਾ ਗਾ, ਇਹ ਆਪਾਂ ਹਿੰਦੀ 'ਚ ਕਹਿੰਦੇ ਹੈਗੇ, ਜਾਂ ਫਿਰ ਜਿਹੜੀ ਬੱਚਤ ਹੁੰਦੀ ਹੈਗੀ, ਜਿਹੜੀ ਹੈ ਨਾ ਸਾਡਾ ਵਾਧੂ ਹੁੰਦਾ ਗਾ, ਜਿਹੜਾ ਬੈਲੈਂਸ ਹੁੰਦਾ ਗਾ, ਉਹਦੇ ਵਿੱਚ 1 0 ਜਦੋਂ ਵੀ ਲਗਾਉਣੀ ਹੋਵੇ ਆਪਾਂ ਇਹਨੂੰ ਵੰਡਣ ਵਾਸਤੇ, ਤਾਂ ਇੱਥੇ ਪੁਆਇੰਟ ਲੱਗ ਜਾਂਦਾ ਹੁੰਦਾ। ਤਾਂ ਹੁਣ ਫੇਰ ਸਾਡਾ ਇਹ ਕਿੰਨੇ ਜਾਵੇਗਾ, ਇਹ 3 ਨੂੰ 10 'ਤੇ ਕਿੰਨੇ 'ਤੇ ਕਰਾਂਗੇ ਵੀ ਆਪਣਾ 3 ਨੂੰ 3 'ਤੇ ਕਰਾਂਗੇ ਤਾਂ ਕਿ ਸਾਡਾ ਇਹਦਾ 9 ਆਊਗਾ। ਫੇਰ 1 ਰਹਿ ਗਿਆ। ਹੁਣ ਇਸ ਤੋਂ ਬਾਅਦ 0 ਲਗਾਉਣ ਦੀ ਲੋੜ ਨਹੀਂ ਹੁੰਦੀ ਹੈਗੀ, ਇਹ ਸਿੱਧੀ ਆਪਣੀ 0 ਇਸ ਤੋਂ ਬਾਅਦ ਉੱਤਰੀ। ਜਦੋਂ ਇੱਕ ਵਾਰੀ ਪੁਆਇੰਟ ਲਗਾ ਲੈਣਾ ਫਿਰ ਤਾਂ ਪਿੱਛੇ ਜੇ ਮੰਨ ਲਓ ਸਪੋਜ਼ ਕਰੋ ਇੱਥੇ 30 ਵੀ ਹੁੰਦਾ ਫਿਰ ਤਾਂ ਕੋਈ ਦਿੱਕਤ ਨਹੀਂ ਸੀਗੀ, ਫਿਰ ਕਿੰਨੀਆਂ ਮਰਜ਼ੀ ਆਪਾਂ 0 ਲਗਾ ਸਕਦੇ ਹਾਂ। ਹੁਣ ਇੱਥੇ ਫਿਰ ਸਾਡੇ ਕੋਲ ਕਿੰਨੇ 'ਤੇ ਜਾਏਗਾ, ਇਹ 9 'ਤੇ ਜਾਏਗਾ। ਇਹ 9 'ਤੇ ਜਾਏਗਾ ਨਾ, ਅਗਲੇ ਪਾਸੇ 0 ਆ, ਫਿਰ 3। ਤਾਂ ਸਾਡਾ ਆਨਸਰ ਆ ਗਿਆ ਜੀ 32 ਜਾਂ ਫਿਰ ਐਂ ਕਹਿ ਲਓ 16/3 ਦਾ ਜਿਹੜਾ ਆਨਸਰ ਬਣਦਾ ਸਾਡਾ ਉਹ 5.33 ਬਣਦਾ ਜੀ। 5.33 ਆਨਸਰ ਬਣਦਾ ਕਹਿੰਦਾ। ਇਹ ਡਿਵੀਜ਼ਨ ਸੀਗੀ, ਸਾਡੀ। ਹੁਣ ਸਪੋਜ਼ ਕਰੋ ਤੁਹਾਨੂੰ ਬਟਿਆਂ ਦੇ ਵਿੱਚ, ਇਹ ਤਾਂ ਤੁਸੀਂ ਕਾਹਦੀ ਡਿਵੀਜ਼ਨ ਕਰ ਰਹੇ ਹੋਗੇ, ਇਹ ਤੁਸੀਂ ਕੀਤੀ ਹੈ ਬਟਿਆਂ ਦੇ ਵਿੱਚ ਡਿਵੀਜ਼ਨ। ਮੰਨ ਲਓ ਇੱਦਾਂ ਡਿਵੀਜ਼ਨ ਹੋਵੇ, ਦੋਵੇਂ ਬਟੇ ਹੋਣ, ਇਹਦਾ ਉੱਪਰਲੇ ਪਾਸੇ 16 ਸੀਗਾ, ਹੇਠਲੇ ਪਾਸੇ 3 ਸੀਗਾ। ਇਸ ਤੋਂ ਬਾਅਦ ਤੁਹਾਨੂੰ ਦਿੱਤਾ ਹੋਵੇ 16/3 ਨੂੰ ਡਿਵਾਈਡ ਕਰਨਾ ਤੁਸੀਂ 12/4 ਨਾਲ, ਇੱਦਾਂ ਹੋਵੇ ਜੇ।
ਤਾਂ ਅਸੀਂ ਕੀ ਕਰਦੇ ਹੁੰਦੇ ਆਗੇ ਇਹਨੂੰ, ਅਸੀਂ ਕਰਨਾ ਬੱਚੇ 16/3 ਲਿਖ ਲਿਆ। ਇਹਦੇ ਥੱਲੇ ਇਹਨੂੰ ਬਟਿਆਂ ਨੂੰ ਸਿੱਧਾ ਖੋਲੋ ਪਹਿਲਾਂ 12/4। ਹੁਣ ਇਹ 4 ਬਟੇ ਬਣ ਗਏ। ਅਸੀਂ 2 ਬਟਿਆਂ ਦੇ ਵਿੱਚ ਲੈ ਕੇ ਆਉਣਾ। ਅਸੀਂ ਕੀ ਕਰਨਾ, ਜਿਹੜੀ ਹੇਠ ਵਾਲੀ ਰਕਮ ਹੈ ਇਹਨੂੰ ਚੱਕ ਕੇ ਉੱਪਰ ਲੈ ਕੇ ਜਾਣਾਗਾ, ਪਰ ਇਹਨੂੰ ਉਲਟਾ ਦੇਣਾ। ਜਿੱਥੇ 12/4 ਸੀਗੀ ਇਹਨੂੰ ਕੀ ਕਰ ਦੇਣਾ 4/12। ਤਾਂ ਹੁਣ ਲਿਖਿਆ ਕੀ ਜਾਊਗਾ, ਧਿਆਨ ਨਾਲ ਦੇਖਿਓ, 16/3 ਗੁਣਾ ਲਿਖੀ ਜਾਊਗੀ। ਹੁਣ ਗੁਣਾ ਲਿਖੀ ਜਾਊਗੀ ਤੇ 4 ਬਟਾ ਕਿੰਨਾ ਆ ਜਾਊਗਾ, ਇੱਥੇ ਡਿਵਾਈਡ ਸੀਗਾ ਨਾ, ਡਿਵਾਈਡ ਨੂੰ ਕਨਵਰਟ ਕਰਾਂਗੇ ਅਸੀਂ ਗੁਣਾ ਦੇ ਵਿੱਚ। ਤੇ ਇੱਥੇ 12/4 ਦੀ ਥਾਂ ਤੇ ਇੱਥੇ ਆਊਗਾ 4/12, 4/12। ਤੇ ਇੱਥੇ 16 ਹੁਣ ਕੀ ਕਰਾਂਗੇ, 16 ਚੌਕੀ 64, 12 ਤੀਆ 36। ਠੀਕ ਹੈ। ਜੇ ਆਪਾਂ ਇਹਨੂੰ ਸੋਲਵ ਕਰਨਾ ਸੀਗਾ ਤਾਂ ਆਪਾਂ ਸੋਲਵ ਵੀ ਕਰ ਸਕਦੇ ਸੀ। ਇਹਨੂੰ ਅੱਧਤ ਕਰ ਲਓ। 64 32 ਆ ਗਿਆ ਉੱਪਰ, ਹੇਠਾਂ 18 ਆ ਗਿਆ, ਉੱਪਰਲੇ ਪਾਸੇ 16 ਆ ਗਿਆ, ਹੇਠਲੇ ਪਾਸੇ 9 ਆ ਗਿਆ। ਤਾਂ 16/9 ਆਨਸਰ ਰਹਿ ਗਿਆ ਇਹਦਾ ਡਿਵੀਜ਼ਨ ਦਾ। ਤਾਂ ਕਰੇ ਵੀ ਜੇ 4 ਬਟੇ ਆ ਜਾਣ, ਸਾਡੇ 4 ਬਟੇ ਆ ਜਾਣ, ਤਾਂ 4 ਬਟਿਆਂ ਦੇ ਵਿੱਚ ਆਪਾਂ ਇੱਦਾਂ ਸੋਲਵ ਕਰ ਸਕਦੇ ਹਾਂਗੇ। ਇਹ ਗੱਲ ਵੀ ਕਲੀਅਰ ਹੋ ਗਈ ਜੀ। ਇਸ ਤੋਂ ਬਾਅਦ ਜੇ ਅਸੀਂ ਜਿਹੜਾ ਹੁਣ ਮਲਟੀਪਲੀਕੇਸ਼ਨ ਜੇ ਆਪਾਂ ਪੜ੍ਹ ਰਹੇ ਹਾਂਗੇ, ਇਹਦੋਂ ਬਾਅਦ ਪੜ੍ਹਨਾ ਅਸੀਂ ਵਰਗ ਜਾਂ ਸਕੁਏਅਰ। ਸਕੁਏਅਰ ਜਾਂ ਫਿਰ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਵਰਗ ਮੂਲ, ਹੈ ਨਾ। ਵਰਗ ਕਿਹਾ ਜਾਂਦਾ, ਵਰਗ ਇਕੱਲਾ। ਤਾਂ ਵਰਗ ਕੀ ਹੁੰਦਾ, ਸਕੁਏਅਰ ਕੀ ਹੁੰਦਾ ਹੈਗਾ। ਸਕੁਏਅਰ ਹੁੰਦਾ ਹੈਗਾ, ਸਪੋਜ਼ ਕਰੋ ਸਾਡੇ ਕੋਲੇ 3 ਹੈਗਾ, 3 ਦੇ ਉੱਪਰਲੇ ਪਾਸੇ ਕਿਸੇ ਨੇ ਇੱਦਾਂ ਆਹ ਬਰੈਕਟ ਪਾ ਕੇ 2 ਲਿਖਿਆ ਹੋਇਆ। ਇਹਦਾ ਮਤਲਬ ਇਹ ਹੁੰਦਾ ਵੀ 3 ਨੂੰ ਅਸੀਂ 2 ਵਾਰੀ ਲਿਖਣਾ ਗੁਣਾ ਦੇ ਵਿੱਚ, 3 ਗੁਣਾ 3 ਲਿਖਣਾ। ਤਾਂ 3 ਗੁਣਾ 3 ਨੂੰ ਆਪਾਂ ਮਲਟੀਪਲਾਈ ਕਰਾਂਗੇ ਕਿੰਨਾ ਆਊਗਾ, 9 ਆਊਗਾ ਨਾ। ਤਾਂ 3 ਦਾ ਜਿਹੜਾ ਸਕੁਏਅਰ ਹੁੰਦਾ ਹੈਗਾ ਉਹ ਕਿੰਨਾ ਹੁੰਦਾ ਹੈਗਾ, 9 ਹੁੰਦਾ। ਇਹ ਜਿਹੜੀ ਹੁੰਦੀ ਹੈਗੀ, ਜਿਹੜੀ ਆ ਉੱਪਰਲੇ ਪਾਸੇ ਲਿਖੀ ਹੁੰਦੀ ਹੈ, ਛੋਟਾ ਜਿਹਾ ਕਰਕੇ ਅੱਖਰ ਲਿਖਿਆ ਹੁੰਦਾ, ਇਹਨੂੰ ਅਸੀਂ ਕਹਿੰਦੇ ਹਾਂਗੇ ਪਾਵਰ। ਵੀ 3 ਦੀ ਪਾਵਰ ਕਿੰਨੀ ਹੈਗੀ, ਤੇ ਇੱਥੇ 2 ਆ ਗਈ। ਜੇ ਪਾਵਰ ਕਦੇ ਵੀ 2 ਹੋਵੇ, ਜੇ ਪਾਵਰ ਸਾਡੀ 2 ਹੋਵੇ ਤਾਂ ਇਹਨੂੰ ਵਰਗ ਕਿਹਾ ਜਾਂਦਾ ਹੈਗਾ। ਤੇ ਜੇ ਪਾਵਰ ਸਾਡੀ 3 ਹੋਵੇ ਇਹਨੂੰ ਕਿਊਬ ਕਿਹਾ ਜਾਂਦਾ, ਕਿਊਬ ਘਣ। ਇੱਥੇ ਇਹਨੂੰ ਵਰਗ ਕਿਹਾ ਜਾਂਦਾ ਹੈਗਾ, ਸਕੁਏਅਰ ਕਿਹਾ ਜਾਂਦਾ ਹੈਗਾ। ਕਲੀਅਰ ਹੋ ਗਈ ਜੀ ਗੱਲ। ਜੇ ਇਹੀ 3 ਦੇ ਉੱਪਰ ਲਿਖਿਆ ਹੁੰਦਾ, 3 ਦੇ ਉੱਪਰ ਲਿਖਿਆ ਹੁੰਦਾ 3, ਤਾਂ ਫਿਰ ਆਪਾਂ ਇਹਦਾ ਕਿਊਬ ਕੱਢਦੇ। ਕਿਊਬ ਮਤਲਬ 3 ਨੂੰ ਅਸੀਂ ਕਿੰਨੇ ਵਾਰੀ ਲਿਖਣਾ, 3 ਵਾਰੀ ਲਿਖਣਾ। ਇਹਦਾ ਮਤਲਬ ਇਹ ਹੈਗਾ। ਤਾਂ 3 9 9 ਤੀਆ 27, ਤਾਂ ਇਹਦਾ ਆਨਸਰ ਆਉਣਾ ਸੀਗਾ ਸਾਡਾ 27। ਕਲੀਅਰ ਹੋ ਗਈ ਜੀ ਗੱਲ ਇਹ। ਤੇ ਜੇ ਇਦਾਂ ਲਿਖਿਆ ਹੋਵੇ ਵੀ 3 ਦਾ ਸਕੁਏਅਰ ਪਲੱਸ 2 ਦਾ ਸਕੁਏਅਰ ਇਜ਼ ਇਕੁਅਲ ਟੂ ਕਿੰਨਾ ਹੋਵੇ। ਸਭ ਤੋਂ ਪਹਿਲਾਂ ਅਸੀਂ ਗੁਣਾ ਸੋਲਵ ਕਰੀ ਦੀ ਹੁੰਦੀ ਆ, ਪਲੱਸ ਅਸੀਂ ਬਾਅਦ 'ਚੋਂ ਇਹ ਨਹੀਂ ਕਰਨਾ ਵੀ 3 ਤੇ 2 ਨੂੰ ਪਲੱਸ ਕਰ ਦਿਓ, 5 ਕਰ ਦਿਓ। ਪਹਿਲਾਂ ਅਸੀਂ ਹਮੇਸ਼ਾ ਪਾਵਰ ਸੋਲਵ ਕਰੀ ਦੀ ਹੁੰਦੀ ਹੈ। ਪਾਵਰ ਨੂੰ ਸੋਲਵ ਕਿਵੇਂ ਕਰਾਂਗੇ, 3 ਗੁਣਾ 3, ਇਹਨੂੰ ਆਪਾਂ ਬਰੈਕਟ 'ਚ ਲਿਖ ਲਾਂਗੇ। ਵਿਚਾਲੇ ਹੈਗਾ ਇਹਨਾਂ ਦੋਨਾਂ, ਆਹ ਪੂਰੀ ਰਕਮ ਦੇ ਵਿਚਾਲੇ ਹੈਗਾ ਪਲੱਸ, ਤਾਂ ਪਲੱਸ ਨੂੰ ਪਲੱਸ ਲਿਖ ਲਿਆ। ਆਹ ਪੂਰੀ ਰਕਮ ਨੂੰ ਕੀ ਲਿਖਾਂਗੇ, ਬਰੈਕਟ 'ਚ ਲਿਖ ਲਓ। 2 ਗੁਣਾ 2। ਹੁਣ ਇਹਨਾਂ ਨੂੰ ਆਪਸ ਦੇ ਵਿੱਚ ਪਹਿਲਾਂ ਗੁਣਾ ਕਰੋ, ਫਿਰ ਉਸ ਤੋਂ ਬਾਅਦ ਅਸੀਂ ਬਰੈਕਟ ਖੋਲਾਂਗੇ, ਫਿਰ ਉਸ ਤੋਂ ਬਾਅਦ ਅਸੀਂ ਪਲੱਸ ਕਰਾਂਗੇ। ਤੇ ਇਹਦਾ ਫਾਰਮੂਲਾ ਹੁੰਦਾ ਬੋਰਡ ਮਾਸ। ਵੀ ਸਭ ਤੋਂ ਪਹਿਲਾਂ ਬਰੈਕਟ ਖੋਲੀ ਦੀ ਹੁੰਦੀ ਹੈਗੀ, ਸਭ ਤੋਂ ਪਹਿਲਾਂ ਬਰੈਕਟ ਖੋਲੀ ਹੁੰਦੀ ਹੈਗੀ, ਫਿਰ ਉਸ ਤੋਂ ਬਾਅਦ ਮਲਟੀਪਲੀਕੇਸ਼ਨ ਦੇ, ਫਿਰ ਐਡੀਸ਼ਨ ਹੁੰਦੀ ਹੈ, ਫਿਰ ਸਬਟਰੈਕਸ਼ਨ ਹੁੰਦੀ ਹੈ। ਕਿਉਂਕਿ ਜੇ ਤੁਸੀਂ ਆਹ 3 ਤੇ ਜਿਵੇਂ ਇੱਥੇ ਵੀ ਹੁਣ ਆਪਾਂ ਲਿਖਿਆ ਹੀ ਹੋਇਆ ਹੈਗਾ ਨਾ ਸਾਡਾ, ਜੇ ਇੱਥੇ ਪਹਿਲਾਂ ਪਲੱਸ ਕਰਦੇ 3 + 2 5, 5 ਦਾ ਸਕੁਏਅਰ ਕਰ ਦਿੰਦੇ, ਉਹ ਗਲਤ ਆਉਣਾ ਸੀਗਾ ਆਨਸਰ। ਅਸਲ 'ਚ ਆਨਸਰ ਆਊਗਾ ਕਿੰਨਾ ਵੀ 3 ਨੂੰ 2 ਵਾਰੀ ਲਿਖੋ, 3 ਤੀਏ 9 ਹੋ ਗਿਆ, ਤੇ 2 ਨੂੰ ਵੀ ਕਹਿੰਦਾ 2 ਵਾਰੀ ਲਿਖੋ, 2 2 4 ਹੋ ਗਿਆ। ਤੇ 9 ਤੇ 4 ਕਿੰਨੇ ਹੁੰਦੇ ਨੇ ਜੀ ਸਾਡੇ, 13 ਆਨਸਰ ਆ ਗਿਆ। ਇਹਨੂੰ ਅਸੀਂ ਸਕੁਏਅਰ ਕਹਿੰਦੇ ਹੈਗੇ ਇਹਨੂੰ ਆਪਾਂ, ਵੀ ਸਕੁਏਅਰ ਕਿਵੇਂ ਕਰੀਦਾ। ਠੀਕ ਹੈ ਜੀ। ਤੇ ਜੇ ਮੈਨੂੰ ਪੁੱਛਿਆ ਜਾਵੇ, ਕੋਈ ਬੰਦਾ ਪੁੱਛ ਲੇ 5 ਦਾ ਸਕੁਏਅਰ ਕਿੰਨਾ ਹੁੰਦਾ, 5 5 25, 6 ਦਾ ਸਕੁਏਅਰ ਕਿੰਨਾ ਹੁੰਦਾ ਹੈਗਾ ਜੀ, 36 ਹੁੰਦਾ ਹੈਗਾ। ਇਹ ਸਿੰਪਲ ਜਿਹੀਆਂ ਚੀਜ਼ਾਂ ਨੇਗੀਆਂ, ਇਹ ਯਾਦ ਰੱਖਣੀਆਂ ਨੇਗੀਆਂ। ਹੁਣ ਸਕੁਏਅਰ ਤੋਂ ਪੁੱਠਾ ਚੱਲਦੇ ਹਾਂ। ਹੁਣ ਸਕੁਏਅਰ ਰੂਟ ਦੀ ਗੱਲ ਕਰਦੇ ਹਾਂ, ਸਕੁਏਅਰ ਰੂਟ ਦੀ ਗੱਲ ਕਰਦੇ ਹਾਂ। ਸਕੁਏਅਰ ਰੂਟ ਦੇ ਵਿੱਚ ਕੀ ਹੈਗਾ, ਸਕੁਏਅਰ ਰੂਟ ਦੇ ਵਿੱਚ ਕੀ ਹੈਗਾ, ਸਪੋਜ਼ ਕਰੋ ਤੁਹਾਨੂੰ ਕਿਹਾ ਹੋਵੇ ਵੀ 36 ਦਾ ਸਕੁਏਅਰ ਰੂਟ ਕਰਨਾ ਹੈ ਤੁਸੀਂ, ਵੀ 36 ਦਾ ਸਕੁਏਅਰ ਰੂਟ ਕਿੰਨਾ ਆਊਗਾ। ਹੁਣ 36 ਦਾ ਸਕੁਏਅਰ ਰੂਟ ਦਾ ਮਤਲਬ ਕੀ ਆ ਰਿਹਾ, 36 ਦਾ ਸਕੁਏਅਰ ਰੂਟ ਆਰ ਜਦੋਂ ਆਪਾਂ ਜਿਹੜਾ ਹੈਗਾ, ਇਹਦਾ ਮਤਲਬ ਆਊਗਾ 36 ਦਾ ਸਕੁਏਅਰ ਰੂਟ ਵੈਸੇ 6 ਹੁੰਦਾ। ਇਹਦਾ ਮਤਲਬ ਹੁੰਦਾ ਵੀ ਇਹਦੇ ਅੰਦਰਲੇ ਪਾਸੇ ਅਸੀਂ 2 ਅੱਖਰ ਲਿਖਣੇ ਕੋਈ ਵੀ ਜਿਹੜੇ ਸੇਮ ਹੋਣ। ਕੀ ਹੋ ਗਏ ਸੇਮ, ਸਿਕਮ ਸਿੱਕੀ 36 ਲਿਖ ਲਏ। ਹੁਣ ਜਦੋਂ ਅਸੀਂ ਆਹ ਕਦੇ ਵੀ ਆਹ ਰੂਟ ਆ, ਜਿਹੜਾ ਰੂਟ ਦੇ ਵਿੱਚ ਜਦੋਂ ਅੱਖਰ ਬਾਹਰੇ ਕੱਢਣੇ ਹੁੰਦੇ ਆ, ਉਦੋਂ ਇੱਕ ਬਾਹਰੇ ਨਿਕਲਦਾ ਗਾ, ਕੱਟ ਜਾਂਦਾ ਹੁੰਦਾ, ਸਾਡਾ ਸਿਰਫ 6 ਹੀ ਆ ਜਾਂਦਾ। ਸਪੋਜ਼ ਕਰੋ ਜੇ 2 ਅੱਖਰਾਂ ਦੇ ਉੱਪਰਲੇ ਪਾਸੇ ਵਿੱਚ ਆਹ ਪਿਆ ਹੋਇਆ ਸਕੁਏਅਰ ਰੂਟ, ਤਾਂ 2 ਦੀ ਥਾਂ ਤੇ ਆਪਾਂ ਇੱਕ ਅੱਖਰ ਬਾਹਰ ਕੱਢ ਲਾਂਗੇ, ਇੱਕ ਅੱਖਰ ਕੀ ਕਰੂਗਾ, ਇੱਕ ਅੱਖਰ ਇਹਨੂੰ ਖਤਮ ਕਰ ਦੂਗਾ। ਪਰ ਜੇ ਸਪੋਜ਼ ਕਰੋ ਇੱਦਾਂ ਹੁੰਦਾ, ਇੱਕ ਆਹ ਰੂਟ ਪਿਆ ਹੋਇਆ ਹੈਗਾ, ਇੱਥੇ 3 ਵੀ ਲਿਖਿਆ ਹੋਇਆ, ਇੱਥੇ 3 ਵੀ ਲਿਖਿਆ, ਇੱਥੇ 2 ਵੀ ਲਿਖਿਆ ਹੋਇਆ। ਤੇਰਾ ਮਤਲਬ ਕੀ ਆ, ਦੇਖੋ ਰਾਜਾ 3 ਤੇ 3 ਇਹ ਤਾਂ ਹੈਗਾ ਸਾਡਾ ਜੋਟਾ। ਜੋਟਾ ਹਮੇਸ਼ਾ ਕਿਸੇ ਵੀ ਸਕੁਏਅਰ ਰੂਟ ਦੇ ਵਿੱਚ ਅਸੀਂ ਜੋਟਾ ਇੱਕ ਵਾਰ ਕੱਢਦੇ ਹੁੰਦੇ ਹਾਂ।
ਇਕੱਲਾ 3 ਬਾਹਰ ਨਿਕਲੂਗਾ, 3 ਤੇ 3 2 ਹੀ ਬਾਹਰ ਨਹੀਂ ਨਿਕਲਦੇ ਹੈਗੇ। ਤੇ ਮਲਟੀਪਲਾਈ ਇਹਦੇ ਨਾਲ ਹੋਊਗਾ, ਆ ਜਿਹੜਾ 2 ਹੈਗਾ ਇਹ 2 2 ਤਾਂ ਹੈ ਨਹੀਂ ਗੇ ਨਾ, ਇਹ ਤਾਂ ਇਕੱਲਾ ਹੀ ਹੈਗਾ 2 ਤਾਂ। ਜੇ ਇੱਕ ਹੋਰ ਹੁੰਦਾ ਤੇ ਫਿਰ ਅਸੀਂ ਕੱਢ ਲੈਂਦੇ, ਪਰ ਇਹ ਤਾਂ ਇਕੱਲਾ ਹੀ ਹੈਗਾ। ਤਾਂ ਇਹਦੇ ਉੱਪਰ ਸਕੁਏਅਰ ਰੂਟ ਹਜੇ ਪਿਆ ਰਹੂਗਾ, ਤੇ ਇਹਦਾ ਆਨਸਰ ਆ ਜਾਊਗਾ 3√2। ਮੈਂ ਦੁਬਾਰੇ ਫਿਰ ਦੱਸ ਦਿੰਦਾ ਗਾ, ਜੇ ਤੁਹਾਨੂੰ ਕਦੇ ਵੀ ਬੱਚੇ ਕਦੇ ਵੀ ਤੁਹਾਨੂੰ ਕੁਛ ਵੀ ਪੁੱਛ ਲਓ, ਮੰਨ ਲਓ ਤੁਹਾਨੂੰ ਪੁੱਛਿਆ 50 ਦਾ ਸਕੁਏਅਰ ਰੂਟ ਪੁੱਛਿਆ ਹੋਇਆ 50 ਦਾ, ਤਾਂ 50 ਦਾ ਸਕੁਏਅਰ ਰੂਟ 50 ਨੂੰ ਪਹਿਲਾਂ ਕੀ ਕਰੀਦਾ ਹੁੰਦਾ, ਪਹਿਲਾਂ ਤੋੜ ਲਈਦਾ ਹੁੰਦਾ। ਜਿਵੇਂ 33 9 9 ਦੂਣੀ 18 ਬਣਦਾ, ਆਹ ਸਿਕਮ ਸਿੱਕੀ 36 ਬਣਦਾ ਸੀਗਾ, ਇਹਦੇ ਵਿੱਚ 6 ਬਾਹਰੇ ਆ ਗਿਆ ਸੀਗਾ। ਜੇ 50 ਸਭ ਤੋਂ ਪਹਿਲਾਂ ਤੁਸੀਂ ਇਹਨੂੰ ਟੋਟੇ ਦੇ ਵਿੱਚ ਤੋੜ ਲੈਣਾ, ਤਾਂ 50 ਨੂੰ ਟੋਟਿਆਂ ਵਿੱਚ ਤੋੜਨ ਵਾਸਤੇ ਇਹਦੇ ਫੈਕਟਰ ਕੱਢਾਂਗੇ ਆਪਾਂ। ਪਹਿਲਾਂ 2 ਤੇ ਕਰਾਂਗੇ, ਇਹ ਆ ਜਾਊਗਾ 25, ਫਿਰ ਅਸੀਂ 5 ਤੇ ਕਰਾਂਗੇ, ਫਿਰ 5 ਆ ਜਾਊਗਾ, ਫਿਰ 5 ਤੇ ਕਰਾਂਗੇ 1 ਆ ਜਾਊਗਾ। ਇਹਦਾ ਮਤਲਬ ਜਦੋਂ ਆਪਾਂ ਟੋਟਿਆਂ ਦੇ ਵਿੱਚ ਤੋੜਿਆ ਸਾਡਾ ਆਨਸਰ ਆ ਗਿਆ 2 ਗੁਣਾ 5 ਗੁਣਾ 5। ਹੁਣ ਇਹ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਰਿਹਾ ਵੀ 5 ਦੇ ਵਿੱਚੋਂ 2 5 ਦੇ ਵਿੱਚੋਂ 1 5 ਤਾਂ ਬਾਹਰ ਆ ਜਾਊਗਾ, ਪਰ ਜਿਹੜਾ ਰੂਟ 2 ਹੈਗਾ ਇਹ 2 ਦੇ ਉੱਪਰ ਲੱਗਿਆ ਰਹਿ ਜਾਊਗਾ, ਇਹਦੇ ਉੱਪਰ 5 ਦੇ ਉੱਪਰੋਂ ਹਟ ਜਾਊਗਾ। ਜੇ ਅੱਗੇ ਇਹਨੂੰ ਵੀ ਸੋਲਵ ਕਰਨਾ ਹੋਵੇ ਤਾਂ ਇਹਨੂੰ ਸੋਲਵ ਕਰਨ ਵਾਸਤੇ ਰੂਟ 2 ਦੀ ਵੈਲਿਊ ਸਾਨੂੰ ਜੇ ਫਿਕਸ ਪਤਾ ਹੋਵੇ, ਉਹਨੂੰ ਆਪਾਂ 5 ਨਾਲ ਮਲਟੀਪਲਾਈ ਕਰਕੇ ਆਨਸਰ ਕੱਢ ਸਕਦੇ ਹਾਂ। ਉਹ ਤੁਹਾਨੂੰ ਯਾਦ ਕਰਨੀ ਹੈਗੀ ਵੀ ਰੂਟ 2 ਜਿਹੜਾ ਹੁੰਦਾ ਹੈਗਾ, ਰੂਟ 2 ਦੀ ਵੈਲਿਊ 1.414 ਹੁੰਦੀ ਹੈਗੀ, ਜਿਹੜਾ ਰੂਟ 3 ਹੁੰਦਾ ਹੈਗਾ ਉਹਦੀ ਵੈਲਿਊ 1.732 ਹੁੰਦੀ ਹੈ। ਇਹ 2 ਰੱਟੇ ਮਾਰਨੇ ਆ 2 ਗੱਲਾਂ ਨੂੰ। ਜਿਵੇਂ ਜੇ ਤੁਹਾਨੂੰ ਇੱਥੇ ਹੁੰਦਾ ਰੂਟ 3 ਦੀ ਵੈਲਿਊ 1.4 ਆ ਨਾ, 14 ਕੀ ਨਾ ਲਗਭਗ 1.4 ਗੁਣਾ 5 ਆ, ਤੇ 14 5 ਕਿੰਨਾ ਹੁੰਦਾ ਜੀ, 14 ਗੁਣਾ 5 5 ਚੌਕਾ 20 2 ਤੇ 70, ਤੇ ਆਨਸਰ ਆਉਣਾ ਸੀਗਾ 70 ਤੇ ਪੁਆਇੰਟ 1 ਛੱਡ ਕੇ 0, ਤਾਂ ਆਨਸਰ ਇਹਦਾ ਆਉਣਾ ਸੀਗਾ ਇੱਥੇ ਪੁਆਇੰਟ ਛੱਡ ਕੇ 0, ਤਾਂ ਆਨਸਰ ਕਿੰਨਾ ਆਉਣਾ ਸੀਗਾ 7 ਆਉਣਾ ਸੀਗਾ। ਕਲੀਅਰ ਹੋ ਗਈ ਬੱਚੇ ਗੱਲ ਇਹ। ਹੁਣ ਤੱਕ ਤਾਂ ਅਸੀਂ ਜਿਹੜਾ ਮੈਥ ਦੀਆਂ ਸੀਗੀਆਂ ਜਿਹੜੀਆਂ ਗੱਲਾਂ ਉਹ ਕੀਤੀਆਂ ਸੀਗੀਆਂ, ਮੈਥ ਦੇ ਵਿੱਚ ਗੁਣਾ ਕਿਵੇਂ ਹੁੰਦੀ ਹੈ ਅਤੇ ਮੈਥ ਦੇ ਵਿੱਚ ਘਟਾਓ ਆਪਸ ਦੇ ਵਿੱਚ ਕਿਵੇਂ ਹੁੰਦਾ। ਕਈ ਵਾਰੀ ਸਾਨੂੰ ਕੀ ਹੁੰਦਾ ਗਾ, ਸਾਨੂੰ ਦਿੱਤਾ ਹੁੰਦਾ ਵੀ ਆਰ ਆ ਇੱਕ, ਅਤੇ ਆਰ ਨੂੰ ਆਰ ਦੇ ਵਿੱਚ ਜੋੜੋ, ਕੋਈ ਵੀ ਇੱਕ ਆਰ ਕਹਿ ਲਓ, ਚਾਹੇ ਤੁਸੀਂ ਕਹਿ ਲਓ ਵੀ ਇੱਥੇ ਬੀ ਦਿੱਤੀ ਹੋਈ ਆ, ਬੀ ਪਲੱਸ ਬੀ ਕਿੰਨਾ ਹੁੰਦਾ ਜੀ। ਤਾਂ ਇੱਦਾਂ ਜੇ ਕਦੇ ਸਾਨੂੰ ਕਿਹਾ ਜਾਵੇ ਤਾਂ ਜਦੋਂ ਵੀ ਪਲੱਸ ਕਰਦੇ ਹੁੰਦੇ ਆ ਤਾਂ ਕਿੰਨੀਆਂ ਬੀਆਂ ਨੇਗੀਆਂ ਸਾਡੀਆਂ, 2 ਬੀਆਂ ਨੇ ਨਾ, ਤਾਂ ਅਸੀਂ 2 ਬੀ, ਇਹਦਾ ਆਨਸਰ 2 ਬੀ ਹੁੰਦਾ। ਅਤੇ ਇਹਦਾ ਕਿੰਨਾ ਆਊਗਾ, ਇਹਦਾ ਹੁੰਦਾ ਹੈਗਾ 2R ਆਨਸਰ, 2R ਜੁੜੀਆਂ ਨੇ ਇਹ, ਜੇ ਇਹਦਾ ਹੈਗਾ ਪਲੱਸ। ਜੇ ਇੱਦਾਂ ਹੋਵੇ ਵੀ R ਮਾਈਨਸ R, ਚਲੋ ਤੇਰਾ ਮਤਲਬ 1R ਦੇ ਵਿੱਚੋਂ 1R ਮਾਈਨਸ ਹੋ ਗਿਆ, ਇਹਦਾ ਮਤਲਬ ਆਨਸਰ ਇਹਦਾ 0 ਆਏਗਾ। ਜੇ ਹੋਵੇ 2R ਮਾਈਨਸ 1R, ਦੇਖੋ ਜਿਹੜਾ ਇਕੱਲਾ R ਲਿਖਿਆ ਹੁੰਦਾ, ਇਕੱਲੇ ਦਾ ਮਤਲਬ ਇਹਦੇ ਅਗਲੇ ਪਾਸੇ ਆਪਾਂ 1 ਲਗਾਇਆ ਹੋਇਆ, ਤਾਂ ਹੀ ਤਾਂ 1 ਤੇ 1 ਜੁੜ ਗਿਆ ਸੀਗਾ ਅਤੇ ਸਾਡੇ ਕੋਲ 2 ਆ ਗਿਆ ਸੀਗਾ। ਆਹ ਦੇਖੋ ਇੱਥੇ ਵੀ ਇਹਦੇ B ਦੇ ਅਗਲੇ ਪਾਸੇ ਕੁਝ ਨਹੀਂ ਸੀਗਾ, ਅਸੀਂ ਆਪਦੇ ਵੱਲੋਂ 1 ਕਿਸੇ ਵੀ ਅੱਖਰ ਦੇ ਅਗਲੇ ਪਾਸੇ ਅਸੀਂ 1 ਐਡ ਕਰ ਸਕਦੇ ਹੁੰਦੇ ਹਾਂ ਗੁਣਾ ਦੇ ਵਿੱਚ। ਤਾਂ 1 ਤੇ 1 ਕਿੰਨਾ ਆ ਗਿਆ ਸੀਗਾ, 2 ਆ ਗਿਆ ਸੀਗਾ। ਤਾਂ ਇੱਥੇ ਵੀ ਆਪਣੇ ਕੋਲੇ 1 ਆਗਾ, ਇੱਥੇ ਵੀ ਆਪਣੇ ਕੋਲੇ 1 ਆ, ਅਤੇ 1 ਦੇ ਵਿੱਚੋਂ 1 ਮਾਈਨਸ ਕੀਤਾ, ਸਾਡੇ ਕੋਲ ਕਿੰਨਾ ਆ ਗਿਆ, 0 ਆ ਗਿਆ। ਤਾਂ ਜੇ ਆਪਾਂ ਇੱਥੇ ਕਰੀਏ ਵੀ 2R ਮਾਈਨਸ R, ਮਤਲਬ ਇਕੱਲਾ R ਦਾ ਮਤਲਬ ਕਿ ਉਹਦੇ ਅਗਲੇ ਪਾਸੇ 1 ਲਗਾਇਆ ਜਾ ਸਕਦਾ, 2 ਦੇ ਵਿੱਚ 1 ਘਟਾਇਆ ਤਾਂ ਮਤਲਬ ਕਿੰਨਾ ਆ ਗਿਆ, R ਆ ਗਿਆ। ਜੇ ਤੁਹਾਨੂੰ ਦਿੱਤਾ ਹੁੰਦਾ ਵੀ 5R ਮਾਈਨਸ 2R, ਤਾਂ ਇਹ ਸਿੱਧਾ ਹੀ ਆ ਵੀ 5R ਦੇ ਵਿੱਚੋਂ ਜੇ 2R ਆਪਾਂ ਘਟਾ ਦਾਂਗੇ ਕਿੰਨਾ ਬਚ ਜੂਗਾ ਸਾਡਾ, 3R ਬਚ ਜਾਏਗਾ। ਤਾਂ ਇਹ ਵੀ ਤੁਸੀਂ ਸਿੱਖਣਾ ਗਾ। ਇਸ ਤੋਂ ਬਾਅਦ ਜੇ ਸਾਡੇ ਕੋਲ ਮਲਟੀਪਲਾਈ ਆ ਜਾਵੇ ਵੀ R ਗੁਣਾ R, ਤਾਂ ਇਹਦੇ ਉੱਪਰਲੇ ਪਾਸੇ ਸਕੇਅਰ ਪੈ ਜਾਂਦਾ ਹੁੰਦਾ, R ਸਕੇਅਰ ਬਣ ਜਾਂਦਾ ਹੁੰਦਾ। ਜੇ ਪੈ ਜਾਵੇ R ਗੁਣਾ ਜੇ 3 ਵਾਰੀ ਹੋਵੇ ਤਾਂ R ਦਾ ਕਿਊਬ ਹੋ ਜਾਂਦਾ ਹੁੰਦਾ। ਜਦੋਂ ਗੁਣਾ ਆਉਂਦੀ ਹੈਗੀ ਉਦੋਂ ਸਿਰ ਦੇ ਉੱਪਰ ਦੱਸਣਾ ਆਪਾਂ ਲਿਖ ਕੇ ਵੀ ਕਿੰਨੇ R ਨੇਗੇ ਇਹ ਗੁਣਾ ਹੋਏ ਨੇਗੇ। ਜਦੋਂ ਪਲੱਸ ਹੋਣਾ ਗਾ ਉਦੋਂ ਇਹਦੇ ਅਗਲੇ ਪਾਸੇ ਲਿਖਣਾ ਹੈਗਾ, ਉਦੋਂ ਸਿਰ 'ਤੇ ਨਹੀਂ ਲਿਖਣਾ, ਉਦੋਂ R2 ਨਹੀਂ ਇੱਥੇ ਨਹੀਂ ਲਿਖਣਾ ਹੈਗਾ, ਉਦੋਂ ਅਗਲੇ ਪਾਸੇ ਲਿਖਣਾ, ਕਿਉਂਕਿ 1 ਜਿਹੜਾ ਹੁੰਦਾ ਉਹ ਅਗਲੇ ਪਾਸੇ ਲੱਗਿਆ ਹੁੰਦਾ ਗਾ। ਕਲੀਅਰ ਹੋ ਗਈ ਬੱਚੇ ਗੱਲ ਇਹ ਤਾਂ ਸੀਗਾ ਮਲਟੀਪਲਾਈ। ਜੇ ਡਿਵਾਈਡ ਹੋਵੇ, ਮੰਨ ਲਓ ਤੁਹਾਨੂੰ ਕੀਤਾ 2R ਡਿਵਾਈਡ ਬਾਏ 3R ਆ ਦਿੱਤਾ ਹੋਵੇ, ਤਾਂ ਇਹਦਾ ਮਤਲਬ ਕੀ ਹੈਗਾ, 2 ਗੁਣਾ R ਹੈਗਾ ਇੱਥੇ ਅਤੇ 3 ਗੁਣਾ R ਹੈ ਇੱਥੇ। ਤਾਂ R ਨਾਲ R ਕੱਟ ਸਕਦਾ ਹੈਗਾ, ਸਾਡਾ ਸਿੱਧਾ ਰਹਿ ਸਕਦਾ ਹੈਗਾ ਜੀ 2/3 ਆਨਸਰ ਆ ਸਕਦਾ ਸਾਡਾ। ਜਾਂ ਸਾਨੂੰ ਕਿਹਾ ਹੋਵੇ 2R, ਆਹ ਇੰਪੋਰਟੈਂਟ ਹੈਗਾ, ਦੇਖੋ ਇਹਨੂੰ ਦੇਖੋ, ਇੱਦਾਂ ਦੇ ਸਾਡੇ ਕੁਐਸਚਨ ਆਉਣਗੇ 2R ਸਕੁਏਅਰ ਬਟੇ 2R, ਇੱਦਾਂ ਹੋਵੇ। ਇਹਦਾ ਮਤਲਬ ਕੀ ਹੈਗਾ, ਇਹਦਾ ਮਤਲਬ R ਕਿੰਨੇ ਵਾਰੀ ਲਿਖਿਆ ਹੋਇਆ ਹੈਗਾ, 2 ਵਾਰੀ। ਇਹਦਾ ਮਤਲਬ 2 ਗੁਣਾ ਸਾਰਾ ਇਕੱਲਾ R 2 ਵਾਰੀ ਲਿਖਿਆ, 2 ਤਾਂ ਇਕੱਲਾ ਹੀ ਆ, 2R ਗੁਣਾ R ਗੁਣਾ R, 2 ਗੁਣਾ R ਗੁਣਾ R ਇਹ ਲਿਖਿਆ ਗਿਆ। ਹੇਠਲੇ ਪਾਸੇ ਸਾਡੇ ਕੋਲ ਕੀ ਹੈ, 2 ਗੁਣਾ R, ਆਹ R ਨਾਲ ਆਹ R ਕੱਟਿਆ ਗਿਆ, ਇਹਦੇ ਨਾਲ ਆਹ ਕੱਟਿਆ ਗਿਆ, ਸਾਡਾ ਆਨਸਰ ਕਿੰਨਾ ਆ ਗਿਆ, R ਆ ਗਿਆ। ਇਹਦੀ ਲੋੜ ਕਿੱਥੇ ਪਊਗੀ ਤੁਹਾਨੂੰ, ਦੇਖੋ ਸਪੋਜ਼ ਕਰੋ ਉਹਨੇ ਕਿਹਾ ਹੋਏਗਾ ਵੀ ਤੁਸੀਂ 1/R1
ਪਲੱਸ 1/R2 ਨੂੰ ਜੋੜ ਕੇ ਦਿਖਾਓ। ਤਾਂ ਸਾਨੂੰ ਪਤਾ ਵੀ ਜਦੋਂ ਵੀ ਅਸੀਂ ਬਟਿਆਂ ਦੇ ਵਿੱਚ ਲੈਣੇ ਹੁੰਦੇ ਹੈਗੇ ਅਸੀਂ ਕੀ ਕਰਦੇ ਹੁੰਦੇ, ਸਭ ਤੋਂ ਪਹਿਲਾਂ ਇਹਨਾਂ ਦਾ ਲੈਣਾ ਹੁੰਦਾ ਐਲਸੀਐਮ। ਐਲਸੀਐਮ ਜਦੋਂ ਆਪਾਂ ਲੈਤਾ, ਐਲਸੀਐਮ ਸਾਡੇ ਕੋਲ ਕਿੰਨਾ ਆਊਗਾ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਲਿਖਾਂਗੇ R1 ਤੇ R2 ਨੂੰ। ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਕਰਾਂਗੇ, ਇਹਦੇ ਨਾਲ ਆਪਾਂ ਇਹਨੂੰ ਡਿਵਾਈਡ ਕਰਾਂਗੇ। ਦੇਖੋ ਡਿਵਾਈਡ ਕਰਕੇ ਦੇਖੋ, R1 R2 ਡਿਵਾਈਡ ਬਾਏ ਸਾਡਾ ਕਿੰਨਾ ਸੀ, R1 ਡਿਵਾਈਡ ਕਰਾਂਗੇ ਤਾਂ R1 ਕੱਟੇਗਾ, ਸਾਡੇ ਕੋਲ ਕਿੰਨਾ ਆ ਗਿਆ R2। ਤਾਂ ਜਿਹੜਾ ਇਹ R2 ਬਚ ਗਿਆ, R2 ਨੂੰ ਉੱਪਰਲੇ ਆਸੇ ਪਾਸੇ ਜਿਹੜਾ ਅੰਕ ਹੁੰਦਾ ਇਹਨਾਂ ਮਲਟੀਪਲਾਈ ਕਰਦੇ ਹੁੰਦੇ, ਉੱਪਰਲੇ ਪਾਸੇ ਸਾਡਾ ਕਿੰਨਾ ਆ ਗਿਆ R2। ਹੁਣ ਵਿਚਾਲੇ ਆਊਗਾ ਇਹਦੇ ਵਿਚਕਾਰ ਪਲੱਸ। ਹੁਣ R1 R2 ਆ ਜਿਹੜਾ, ਹੁਣ ਇਹਨੂੰ ਇਹਦੇ ਨਾਲ ਡਿਵਾਈਡ ਕਰਨਾ ਪਊਗਾ। ਤਾਂ ਦੇਖ ਲਓ ਕਰਕੇ R1 R2 ਡਿਵਾਈਡ ਬਾਏ R2। ਤਾਂ R2 ਨਾਲ R2 ਕੱਟੇਗਾ, ਕਿੰਨਾ ਰਹਿ ਗਿਆ R1। R1 ਆ ਜਿਹੜਾ ਸਾਡਾ, R1 ਹੁਣ ਉੱਪਰ ਮਲਟੀਪਲਾਈ ਹੋਊਗਾ, ਜਿਹੜਾ ਇਹ R1 ਨੂੰ ਉੱਪਰ ਮਲਟੀਪਲਾਈ ਹੋਊਗਾ ਨਾ। ਤਾਂ ਇਹਦਾ ਮਤਲਬ ਇੱਥੋਂ ਸਾਡਾ ਆਨਸਰ ਆ ਗਿਆ R1 ਪਲੱਸ R2 R1 ਮਲਟੀਪਲਾਈ ਬਾਏ R2। ਇਹਦਾ ਆ ਆਨਸਰ ਆ ਗਿਆ ਜੇ ਆਪਾਂ ਇਹਨੂੰ ਜੋੜਨਾ ਹੁੰਦਾ। ਸਪੋਜ਼ ਕਰੋ ਇਹ ਸਾਨੂੰ ਕਿਹਾ ਹੁੰਦਾ ਵੀ ਇਹ ਜਿਹੜੀ ਵੈਲਿਊ ਇਹ ਹੈਗੀ ਆ 1/RT ਦੇ ਬਰਾਬਰ ਆ। ਸਪੋਜ਼ ਕਰੋ ਇੱਦਾਂ ਕਿਹਾ ਹੁੰਦਾ ਵੀ ਜਿਹੜੀ ਵੈਲਿਊ ਆ ਗਈ, ਇਹ ਜਿਹੜਾ ਆਨਸਰ ਆਏਗਾ ਇਹ 1/RT ਦਾ ਆਨਸਰ ਆ। ਤਾਂ ਸਾਨੂੰ ਪੁੱਛਿਆ ਵੀ ਇਕੱਲੇ RT ਦਾ ਆਨਸਰ ਕੀ ਆਊਗਾ। ਇਹਦਾ ਮਤਲਬ ਕੀ ਆ ਵੀ ਆਹ RT ਨੂੰ ਉੱਪਰ ਲੈ ਕੇ ਗਏ ਆ ਤੇ ਇੱਕ ਨੂੰ ਕਿਸੇ ਵੀ ਰਕਮ ਦੇ ਥੱਲੇ ਰਾਜੇ, ਮੰਨ ਲਓ ਇੱਕ 3 ਲਿਖਿਆ ਹੋਇਆ, ਉਹਦੇ ਥੱਲੇ ਆਪਾਂ ਆਪਣੀ ਮਰਜ਼ੀ ਨਾਲ 1 ਲਗਾ ਸਕਦੇ ਹਾਂ। ਕਿਤੇ ਵੀ 4 ਲਿਖਿਆ ਉਹਨੂੰ ਆਪਾਂ ਡਿਵਾਈਡ ਕਰ ਸਕਦੇ ਆਪਣੀ ਮਰਜ਼ੀ ਨਾਲ। ਇਹਦਾ RT ਦਾ ਮਤਲਬ ਕਿ ਥੱਲੇ ਲਿਖਿਆ ਹੋਇਆ ਕਿੰਨਾ 1, ਇਹਦਾ ਮਤਲਬ 1 ਹੇਠਾਂ ਉਤਰਿਆ ਹੋਇਆ, ਇੱਥੇ RT ਇੱਥੇ ਉੱਪਰ ਗਿਆ ਹੋਇਆ। ਇਹਦਾ ਮਤਲਬ ਹੇਠਲੀਆਂ ਚੀਜ਼ਾਂ ਉੱਪਰ ਨੇਗੀਆਂ, ਉੱਪਰਲੀਆਂ ਚੀਜ਼ਾਂ ਹੇਠਾਂ ਲਿਖੀਆਂ ਹੋਈਆਂ ਨੇਗੀਆਂ। ਤਾਂ ਮਤਲਬ R1 ਗੁਣਾ R2 ਉੱਪਰ ਹੈ, ਇੱਥੇ R1 ਪਲੱਸ R2 ਹੇਠਾਂ ਗਾ। ਆਹ ਹੈਗਾ। ਕਲੀਅਰ ਹੋ ਗਈ ਜੀ ਗੱਲ। ਤਾਂ ਇੱਕ ਕੁਐਸਚਨ ਇਹਦੇ ਵਰਗੇ ਮੈਂ ਹੋਰ ਕਹਿ ਦਿੰਦਾ। ਮੰਨ ਲਓ ਤੁਹਾਨੂੰ ਜੋੜਨ ਨੂੰ ਕਿਹਾ ਹੋਵੇ 1/A ਪਲੱਸ 1/B। ਤਾਂ ਐਲਸੀਐਮ ਕੀ ਆਊਗਾ, AB। ਦੋਨਾਂ ਦੇ ਵਿੱਚੋਂ AB ਨੂੰ ਆਪਾਂ A ਨਾਲ ਡਿਵਾਈਡ ਕਰਾਂਗੇ, ਸਾਡਾ B ਆ ਜਾਊਗਾ। ਉੱਪਰਲੇ ਪਾਸੇ ਸਾਡਾ B 1 ਨਾਲ ਮਲਟੀਪਲਾਈ ਕਰਾਂਗੇ, B ਆ ਗਿਆ। ਇੱਥੇ ਸਾਡੇ ਕੋਲ ਆ ਗਿਆ, ਸਪੋਜ਼ ਕਰੋ AB ਨੂੰ ਆਪਾਂ B ਨਾਲ ਡਿਵਾਈਡ ਕੀਤਾ, ਕਿੰਨਾ B ਨਾਲ B ਕੱਟੇਗਾ, A ਆ ਗਿਆ। A ਨੂੰ ਆਪਾਂ ਉੱਪਰ ਕੀਤਾ, A ਆ ਗਿਆ। ਤਾਂ A ਪਲੱਸ B AB ਆ ਆਨਸਰ ਆ ਗਿਆ ਜੀ ਸਾਡਾ। ਤਾਂ ਘਬਰਾਉਣਾ ਨਹੀਂ ਹੁੰਦਾ, ਕਦੇ ਵੀ ਦੇਖ ਕੇ ਅਸੀਂ ਕੀ ਕਰੀਦਾ, ਚੱਲੀ ਜਾਣਾ ਹੁੰਦਾ। ਜੋ ਕੁਐਸਚਨ ਸੋਲਵ ਕਰੀ ਜਾਵਾਂਗੇ ਆਨਸਰ ਨਿਕਲੀ ਜਾਣਗੇ। ਓਕੇ ਜੀ। ਲਓ ਹੁਣ ਸਪੋਜ਼ ਕਰੋ ਇੱਕ ਉੱਪਰਲੇ ਪਾਸੇ ਇੱਥੇ ਤਾਂ 1 ਸੀਗਾ, ਸਪੋਜ਼ ਕਰੋ ਕੋਈ ਹੋਰ ਅੱਖਰ ਹੋਵੇ, ਮੰਨ ਲਓ ਇੱਥੇ ਹੋਵੇ C/D ਪਲੱਸ L/M। ਇਹਨੂੰ ਜੋੜਨਾ ਗਾ। ਕਿਵੇਂ ਜੋੜਾਂਗੇ ਆਪਾਂ, ਹੇਠਲੇ ਪਾਸੇ ਐਲਸੀਐਮ ਲਵਾਂਗੇ ਆਪਾਂ, DM ਐਲਸੀਐਮ ਆਂਗਾ, DM ਨੂੰ ਡਿਵਾਈਡ ਕਰਨਾ D ਦੇ ਨਾਲ, ਤਾਂ ਸਾਡਾ ਇਕੱਲਾ M ਆ ਗਿਆ। ਇਹ ਜਿਹੜਾ M ਆ ਗਿਆ, M ਨੂੰ ਉੱਪਰ ਕਿਉਂਕਿ ਆ ਦੇਖ ਲਓ ਮੈਂ ਦੁਬਾਰੇ ਦੱਸ ਦਿੰਦਾ। ਚਲੋ ਜਿਹੜਾ ਸਾਡਾ ਆਏਗਾ DM, ਇਹ ਐਲਸੀਐਮ ਹੈ ਨਾ ਸਾਡਾ, ਦੋਨਾਂ ਨੂੰ ਮਲਟੀਪਲਾਈ ਕਰਕੇ ਐਲਸੀਐਮ ਆ ਗਿਆ। D ਨੂੰ ਜਦੋਂ ਆਪਾਂ D ਤੇ M ਨੂੰ ਮਲਟੀਪਲਾਈ ਕਰਾਂਗੇ, ਦੇਖੋ ਇਹਦਾ ਪਹਿਲਾਂ D ਆਊਗਾ, ਇਹਦਾ 1 ਆ ਜਾਊਗਾ, M ਆ ਜਾਊਗਾ, ਫਿਰ M ਆਊਗਾ, ਫਿਰ 1 ਆਊਗਾ, 1 ਆਊਗਾ। ਇਹਨੂੰ ਦੋਨਾਂ ਨੂੰ ਆਪਸ 'ਚ ਮਲਟੀਪਲਾਈ ਕਰਕੇ DM ਲਿਖ ਲਿਆ। ਜਦੋਂ ਆਪਸ ਦੇ ਵਿੱਚ ਆਪਾਂ DM ਇੱਦਾਂ ਲਿਖਦੇ ਹੁੰਦੇ ਹੈਗੇ ਜੀ, ਇਹਦਾ ਮਤਲਬ ਇਹਦੇ ਅੰਦਰਲੇ ਪਾਸੇ ਅੰਡਰਸਟੂਡ ਆ ਵੀ ਪਲੱਸ ਮਲਟੀਪਲਾਈ ਹੁੰਦਾ ਹੈਗਾ। ਜਦੋਂ DM ਇਕੱਲਾ ਲਿਖਿਆ ਤਾਂ ਮਤਲਬ D ਤੇ M ਆਪਸ ਦੇ ਵਿੱਚ ਇੱਥੇ ਡਾਟ ਲੱਗਿਆ ਹੋਇਆ, ਇੱਥੇ ਮਲਟੀਪਲਾਈ ਆ। ਇਹ ਤਾਂ ਤੁਹਾਨੂੰ ਪਤਾ ਹੀ ਹੋਏਗੀ ਨਾ। ਤਾਂ D ਤੇ M ਨੂੰ ਜਦੋਂ ਆਪਾਂ ਇਹਦੇ ਨਾਲ ਦੇਖਾਂਗੇ ਰਾਜੇ ਬੱਚੇ, ਸਭ ਤੋਂ ਪਹਿਲਾਂ DM ਨੂੰ ਡਿਵਾਈਡ ਕਰਾਂਗੇ D ਦੇ ਨਾਲ, D ਨਾਲ D ਕੱਟ ਜੋ M ਆ ਗਿਆ। ਜਿਹੜਾ ਇਹ M ਆ ਗਿਆ, M ਨੂੰ ਹੁਣ ਉੱਪਰ ਮਲਟੀਪਲਾਈ ਕਰਾਂਗੇ, ਇਹਦਾ ਮਤਲਬ ਉੱਪਰਲੇ ਪਾਸੇ ਕੀ ਆ ਗਿਆ, MC ਆ ਗਿਆ। M ਨੂੰ C ਨਾਲ ਮਲਟੀਪਲਾਈ ਕੀਤਾ, ਦੇਖੋ ਇਹਦੇ ਅੰਦਰ ਮਲਟੀਪਲਾਈ ਹੋਇਆ ਹੋਇਆ, ਪਲੱਸ ਦਾ ਪਲੱਸ ਹੀ ਰਹਿ ਜਾਏਗਾ। ਹੁਣ DM ਨੂੰ ਇਹਦੇ ਨਾਲ ਕਰਾਂਗੇ ਆਪਾਂ, DM ਨੂੰ ਇਹਦੇ ਨਾਲ ਡਿਵਾਈਡ ਕਰਾਂਗੇ, M ਨਾਲ M ਕੱਟੇਗਾ, ਇਕੱਲਾ D ਆ ਗਿਆ। ਹੁਣ D ਆ ਜਿਹੜਾ ਸਾਡਾ ਆਇਆ, ਇਹ ਉੱਪਰਲੇ ਨਾਲ ਮਲਟੀਪਲਾਈ ਹੋਊਗਾ, ਤਾਂ ਕੀ ਆ ਗਿਆ, DL ਆ ਗਿਆ। ਤਾਂ ਸਾਡੇ ਕੋਲ ਕੀ ਬਣ ਗਿਆ, MC ਪਲੱਸ DL ਡਿਵਾਈਡ ਬਾਏ DM। ਆ ਆਨਸਰ ਆ ਗਿਆ ਜੀ। ਇਹ ਕਿੱਥੇ ਯੂਜ਼ ਹੁੰਦੇ ਇਹ ਮਾਇਨੇ ਨਹੀਂ ਰੱਖਦਾ ਹੈਗਾ, ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਦਾਂ ਮੈਥ ਚੱਲਦਾ ਹੁੰਦਾ ਹੈਗਾ, ਇੱਦਾਂ ਮੈਥ ਹੁੰਦਾ ਹੈਗਾ। ਠੀਕ ਹੈ ਜੀ। ਤਾਂ ਅੱਜ ਮੈਂ ਬਹੁਤਾ ਜ਼ਿਆਦਾ ਨਹੀਂ ਕਰਾਉਂਦਾ, ਜਿੰਨਾ ਕੁ ਮੈਂ ਕਰਵਾਇਆ ਇਹਦੇ ਨਾਲ ਦੇ ਸੰਬੰਧਿਤ ਮੈਂ ਕੁਐਸਚਨ ਪੁੱਛੂੰਗਾ। WhatsApp ਦੇ ਉੱਪਰ ਆਲਰੇਡੀ ਇੱਕ ਗਰੁੱਪ ਬਣਿਆ ਹੋਇਆ ਹੈਗਾ, ਜਿਨ੍ਹਾਂ ਨੇ ਕੋਰਸ ਜੁਆਇਨ ਕਰਨਾ ਗਾ। ਇਹ ਪਹਿਲੀ ਵੀਡੀਓ ਫ੍ਰੀ ਸੀਗੀ ਤੁਹਾਡੇ ਲਈ, ਇੱਕ ਵੀਡੀਓ ਹੋਰ ਫ੍ਰੀ ਪਾਵਾਂਗਾ। ਉਸ ਤੋਂ ਬਾਅਦ ਜਿਨ੍ਹਾਂ ਨੇ ਕੋਰਸ ਜੁਆਇਨ ਕਰਨਾ ਗਾ, ਉਹ ਕਮੈਂਟ ਦੇ ਵਿੱਚ ਆਪਣਾ ਨੰਬਰ ਦੇ ਦਿਓ, ਮੈਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਐਡ ਕਰ ਦੂੰਗਾ। ਤਾਂ ਚਲੋ ਇੰਨੀ ਕਹਿੰਦੇ ਇਜਾਜ਼ਤ ਦਿਓ। Thank you very much. Thanks for watching this video.